ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪ੍ਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛੰਦ ਮੰਦ ਮਤੀ ਕੋ ਹਠ ਵੱਡ ਜਾਣਿਓ ਮਤ ਬਪਰੀਤ ਕਰੀ ਢਿਗ ਕਾਲ ਭਇਓ ਪਾਪ ਰਤ ਸਮਝਤ ਨਹਿ ਚਿਤ ਬੈਠ ਰਹਿਓ ਕਰ ਕ੍ਰੋਧ ਵਿਸਾਲ ਵਿਧੀ ਚੰਦ ਕੋ ਨਿਕਟ ਹਕਾਰਿਓ ਕਹਿਓ ਕਾਨ ਮੈਂ ਅਬ ਤੂੰ ਚਾਲ ਸਮਾਂ ਦੁਪਹਿਰੇ ਕੋ ਸਮ ਜਾਣਹਿ ਗਮਨੋਂ ਆਨੋਂ ਬਾਜ ਉਤਾਲ ਮੰਦ ਮਤੀ ਕੋ ਹਠ ਵੱਡ ਜਾਣਿਓ ਮਤ ਬਪਰੀਤ ਕਰੀ ਢਿਗ ਕਾਲ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ। ਹਜ਼ੂਰ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਸਭ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਸੰਗ ਸਰਵਣ ਕੀਤਾ।
ਜੋ ਸੌਦਾਗਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਬਦਸ਼ ਖਾਂ ਦੇਸ਼ ਵਿੱਚੋਂ ਆਇਆ। ਉਹ ਬਦਸ਼ ਖਾਂ ਜਿਹੜਾ ਇਲਾਕਾ ਹੈ, ਇਹ ਸਾਧ ਸੰਗਤ ਦੀ ਅਫਗਾਨਿਸਤਾਨ ਦਾ ਇਲਾਕਾ ਹੈ। ਅਫਗਾਨਿਸਤਾਨ ਦੇ ਵਿੱਚੋਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ। ਬੜੀਆਂ ਕੀਮਤੀ ਵਸਤੂਆਂ ਗੁਰੂ ਜੀ ਨੂੰ ਭੇਟ ਕੀਤੀਆਂ। ਜਿਹੜਾ ਤੇ ਇਹ ਕਥਾ ਪਿਆਰ ਨਾਲ ਸੁਣੇਗਾ, ਉਹ ਕਦੀ ਵੀ ਮੁੜ ਗੁਰੂ ਸਾਹਿਬ ਦੇ ਕੋਲੋਂ ਵਸਤੂਆਂ ਮੰਗਣ ਦਾ ਫੁਰਨਾ ਨਹੀਂ ਬਣਾਏਗਾ ਜੀ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਬਾਬਾ ਗੁਰਦਿੱਤਾ ਜੀ ਨੇ ਬਾਜ ਦਾ ਫੁਰਨਾ ਬਣਾਇਆ, ਮਹਾਰਾਜ ਨੇ ਉਹਨਾਂ ਨੂੰ ਬਾਜ ਦੇ ਦਿੱਤਾ। ਪੈਂਦੇ ਖਾਂ ਨੇ ਸਾਰੀਆਂ ਹੀ ਵਸਤੂਆਂ ਦਾ ਫੁਰਨਾ ਬਣਾਇਆ, ਮਹਾਰਾਜ ਨੇ ਸਾਰੀਆਂ ਵਸਤੂਆਂ ਦੇ ਦਿੱਤੀਆਂ ਜੀ। ਘੋੜਾ, ਪੁਸ਼ਾਕਾ, ਪੱਗ, ਖੰਡਾ, ਢਾਲ, ਸਭ ਕੁਝ ਲੈ ਗਿਆ ਜੀ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਨਹੀਂ ਫੁਰਨਾ ਨਹੀਂ ਬਣਾਉਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕੇਵਲ ਭਗਤ ਕੀਰਤਨ ਸੰਗ ਰਾਚੈ। ਜੇ ਕੋਈ ਇੱਛਾ ਰੱਖਣੀ ਵੀ ਹੈ, ਮਹਾਰਾਜ ਕਹਿੰਦੇ ਪਦਾਰਥਾਂ ਦੀ ਨਹੀਂ, ਭਗਤੀ ਮੰਗੋ। ਭਗਤੀ ਮੰਗੋਗੇ ਸਭ ਕੁਝ ਮਿਲ ਜਾਏਗਾ। ਪਦਾਰਥ ਮੰਗੋਗੇ, ਇਕੱਲੇ ਪਦਾਰਥ ਮਿਲਣਗੇ। ਸਾਨੂੰ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਜਿਨ੍ਹਾਂ ਕੋਲੋਂ ਦਾਸ ਨੇ ਬਾਣੀ ਪੜ੍ਹਨੀ ਸਿੱਖੀ ਹੈ, ਸਿੰਘ ਸਾਹਿਬ ਹੋਣਾ ਨੇ ਇੱਕ ਗੱਲ ਸਿਖਾਈ ਸੀਗੀ। ਕਹਿੰਦੇ ਵੀ ਸਿਆਣਾ ਕਿਸਾਨ ਕਦੀ ਤੂੜੀ ਨਹੀਂ ਮੰਗਦਾ। ਤੂੜੀ ਕੋਈ ਬੀਜ ਨਹੀਂ ਸਕਦਾ, ਤੇ ਕਦੀ ਉਹ ਤੂੜੀ ਦੀ ਇੱਛਾ ਨਹੀਂ ਰੱਖਦਾ। ਉਹ ਫਸਲ ਬੀਜਦਾ, ਫਸਲ ਹੁੰਦੀ ਹੈ, ਤੂੜੀ ਆਪੇ ਹੀ ਨਾਲ ਹੋ ਜਾਂਦੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਫਸਲ ਕੀ ਹੈ? ਫਸਲ ਹੈ ਵਾਹਿਗੁਰੂ ਜੀ ਦਾ ਨਾਮ। ਜਿਹੜਾ ਨਾਮ ਬੀਜਦਾ ਹੈ ਨਾ ਸੰਗਤ ਜੀ, ਇਹ ਚੀਜ਼ਾਂ ਆਪੇ ਹੀ ਆ ਜਾਂਦੀਆਂ ਨੇ, ਪਦਾਰਥ ਆਪੇ ਆ ਜਾਂਦੇ ਆ। ਕਈ ਨਾਮ ਜਪ ਕੇ ਪਦਵੀ ਪ੍ਰਾਪਤ ਕਰਨੀ ਚਾਹੁੰਦੇ ਆ, ਵੀ ਵੱਡੀ ਪਦਵੀ ਮਿਲ ਜਾਵੇ। ਪਦਵੀ ਮਿਲਦੀ ਹੈ, ਪਰ ਜਿਹੜੇ ਨਾਮ ਜਪ ਕੇ ਕੁਝ ਨਹੀਂ ਮੰਗਦੇ, ਕੇਵਲ ਵਾਹਿਗੁਰੂ ਜੀ ਨੂੰ ਮੰਗਦੇ ਆ, ਉਹਨਾਂ ਨੂੰ ਪਦਵੀਆਂ ਵੀ ਮਿਲ ਜਾਂਦੀਆਂ, ਉਹਨਾਂ ਨੂੰ ਮਾਇਆ ਵੀ ਮਿਲ ਜਾਂਦੀ ਹੈ, ਉਹਨਾਂ ਨੂੰ ਸਭ ਕੁਝ ਮਿਲ ਜਾਂਦਾ। ਇਸ ਕਥਾ ਤੋਂ ਸਿੱਖਿਆ ਮਿਲਦੀ ਹੈ। ਪੈਂਦੇ ਖਾਂ ਨੇ ਚੀਜ਼ਾਂ ਦਾ ਫੁਰਨਾ ਬਣਾਇਆ। ਅੱਗੋਂ ਤੁਸੀਂ ਕਥਾ ਸੁਣੀ ਕਿਵੇਂ ਜਵਾਈ ਨੇ ਮੱਲ ਮਾਰ ਲਈ ਜੀ। ਪੈਂਦੇ ਖਾਂ ਬੇਵੱਸ ਹੋ ਗਿਆ ਜੀ। ਮਹਾਰਾਜ ਬਾਣੀ ਵਿੱਚ ਕਹਿੰਦੇ ਮੋਹ ਬੜਾ ਵੱਡਾ ਸੂਰਮਾ ਹੈ। ਵੱਡੇ ਵੱਡੇ ਸੂਰਮਿਆਂ ਨੂੰ ਵੀ ਸਾਧ ਸੰਗਤ ਜੀ ਡੇਗ ਦਿੰਦਾ ਹੈ। ਪਰਿਵਾਰ ਦਾ ਮੋਹ ਆ ਜਾਂਦਾ ਜੀ। ਕੋਈ ਸਾਧ ਸੰਗਤ ਜੀ, ਕੋਈ ਯੋਧਾ ਸੂਰਮਾ ਹੁੰਦਾ ਜੇ, ਜਿਹਨੂੰ ਪਰਿਵਾਰ ਦਾ ਮੋਹ ਨਹੀਂ ਤੰਗ ਕਰਦਾ। ਬਾਕੀ ਸੰਸਾਰ ਵਿੱਚ ਪਰਿਵਾਰ ਦਾ ਮੋਹ ਸਭ ਨੂੰ ਤੰਗ ਕਰ ਲੈਂਦਾ ਹੈ। ਜਵਾਈ ਵੱਲ ਵੇਖੇ, ਆਪਣੀ ਪਤਨੀ ਵੱਲ ਵੇਖੇ, ਸਭ ਕੁਝ ਉਹਨੂੰ ਦੇ ਦਿੱਤਾ। ਹੁਣ ਸੋਚਦਾ ਮੈਂ ਮਹਾਰਾਜ ਦੀ ਹਾਜ਼ਰੀ 'ਚ ਕਿਵੇਂ ਜਾਵਾਂ। ਬੇਵੱਸ ਹੋਇਆ ਪਿਆ ਤੇ ਉਧਰੋਂ ਬਾਜ ਵਾਲੀ ਘਟਨਾ ਵਰਤ ਗਈ। ਬਾਬਾ ਗੁਰਦਿੱਤਾ ਜੀ ਬਾਜ ਘਰ ਲੈ ਆਏ। ਗੁਰੂ ਦੇ ਸਿੱਖ ਬਾਜ ਲੱਭਦੇ ਲੱਭਦੇ ਪੈਂਦੇ ਖਾਂ ਦੇ ਘਰ ਪਹੁੰਚੇ। ਵਾਹਿਗੁਰੂ ਅਸਮਾਨ ਖਾਂ ਬਾਜ ਘਰ ਲੈ ਆਇਆ ਪੈਂਦੇ ਖਾਂ ਦੇ। ਗੁਰੂ ਦੇ ਸਿੱਖ ਲੱਭਦੇ ਲੱਭਦੇ ਬਾਜ ਨੂੰ ਉੱਥੇ ਪਹੁੰਚੇ ਜੀ, ਪੈਂਦੇ ਖਾਂ ਦੇ ਘਰ। ਪੈਂਦੇ ਖਾਂ ਮੋਹ ਵਿੱਚ ਬੱਝਾ ਹੋਇਆ, ਮੁੱਕਰ ਹੀ ਗਿਆ, ਝੂਠ ਹੀ ਬੋਲ ਗਿਆ ਵੀ ਬਾਜ ਮੇਰੇ ਕੋਲ ਨਹੀਂ ਹੈਗਾ। ਪੈਂਦੇ ਖਾਂ ਨੂੰ ਪਤਾ ਵੀ ਮੇਰੇ ਜਵਾਈ ਕੋਲ ਹੈ, ਮੇਰੇ ਘਰ ਵਿੱਚ ਹੀ ਹੈ। ਫਿਰ ਕੀ ਬਣਿਆ? ਉਹ ਸਾਧ ਸੰਗਤ ਜੀ ਤੁਸੀਂ ਸੁਣਿਆ, ਆਪ ਹੀ ਉਹਨੇ ਸਾਰੇ ਪਿੰਡ ਦੀ ਤਲਾਸ਼ੀ ਕਰਾਈ, ਪਰ ਆਪਣੇ ਘਰ ਦੀ ਨਹੀਂ ਕਰਾਈ। ਆਖੋ ਵਾਹਿਗੁਰੂ ਵਾਹਿਗੁਰੂ। ਉਂਝ ਵੀ ਬੰਦਾ ਬੜਾ ਚਲਾਕ ਹੈ। ਸਿਆਣੇ ਕਹਿੰਦੇ ਆਪਣੀ ਪੀੜ੍ਹੀ ਥੱਲੇ ਨਹੀਂ ਸੋਟਾ ਮਾਰਿਆ। ਪੈਂਦੇ ਖਾਂ ਨੇ ਸਾਰੇ ਪਿੰਡ ਦੀ ਤਲਾਸ਼ੀ ਕਰਾਈ ਤੇ ਆਪਣੇ ਘਰ ਦੀ ਨਹੀਂ ਕਰਾਈ। ਬਾਬਾ ਗੁਰਦਿੱਤਾ ਜੀ ਨੂੰ ਸਿੱਖਾਂ ਨੇ ਦੱਸਿਆ ਵੀ ਬਾਜ ਤੇ ਪੈਂਦੇ ਖਾਂ ਦੇ ਘਰ ਹੀ ਹੈ, ਪਰ ਉਹ ਝੂਠ ਬੋਲ ਰਿਹਾ।
ਬਾਬਾ ਜੀ ਨੇ ਆਪ ਨਹੀਂ ਕੋਈ ਗੱਲ ਕੀਤੀ। ਬਾਬਾ ਜੀ ਨੇ ਗੁਰੂ ਸਾਹਿਬ ਨੂੰ ਆਖਿਆ, ਮਹਾਰਾਜ ਬਾਜ ਪੈਂਦੇ ਖਾਂ ਦੇ ਘਰ ਵਿੱਚ ਹੈ, ਪਰ ਪੈਂਦਾ ਖਾਂ ਨਾ ਕਰ ਰਿਹਾ ਹੈ, ਮੁੱਕਰ ਰਿਹਾ। ਮਹਾਰਾਜ ਅੰਤਰਜਾਮੀ ਜਾਣੀ ਜਾਣਗੇ। 5 ਦਿਨ ਗੁਰੂ ਸਾਹਿਬ ਨੇ ਕੁਝ ਨਹੀਂ ਕਿਹਾ, ਵੀ ਕੋਈ ਗੱਲ ਨਹੀਂ। 5ਵੇਂ ਦਿਨ ਜਦੋਂ ਸੰਗਤਾਂ ਚਲੇ ਗਈਆਂ, ਮਹਾਰਾਜ ਗਰੀਬ ਨਵਾਜ ਨੇ ਪੈਂਦੇ ਖਾਂ ਨੂੰ ਸੱਦਾ ਭੇਜਿਆ। ਸਿੱਖ ਗਿਆ, ਪੈਂਦੇ ਖਾਂ ਘਰ ਦੇ ਬਾਹਰ ਬੈਠਾ ਸੀਗਾ, ਮੰਜੀ ਡਾਹ ਕੇ ਲੰਮੇ ਪਿਆ ਸੀ। ਸਿੱਖ ਕਹਿੰਦਾ, ਪੈਂਦੇ ਖਾਂ ਤੈਨੂੰ ਗੁਰੂ ਸਾਹਿਬ ਬੁਲਾ ਰਹੇ ਆ। ਪੈਂਦੇ ਖਾਂ ਉਸੇ ਵੇਲੇ ਹੀ ਜਿਵੇਂ ਦਾ ਸੀ ਉਵੇਂ ਹੀ ਆ ਗਿਆ। ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਆ ਕੇ ਬੈਠਾ। ਗੁਰੂ ਸਾਹਿਬ ਕਹਿੰਦੇ, ਪੈਂਦੇ ਖਾਂ ਇਹ ਕੀ ਹਾਲ ਬਣਾਇਆ ਆਪਣਾ? ਤੂੰ ਉਹ ਪੁਸ਼ਾਕ ਨਹੀਂ ਪਾਈ ਤੇ ਘੋੜੇ ਤੇ ਚੜ੍ਹ ਕੇ ਨਹੀਂ ਆਇਆ, ਉਹ ਸ਼ਸਤਰ ਨਹੀਂ ਸਜਾਏ। ਤੇ ਪੈਂਦੇ ਖਾਂ ਝੂਠ ਬੋਲਿਆ। ਕਹਿੰਦਾ, ਮਹਾਰਾਜ ਜਿਵੇਂ ਤੁਹਾਡਾ ਸੁਨੇਹਾ ਮਿਲਿਆ ਉਵੇਂ ਹੀ ਆ ਗਿਆ। ਮਹਾਰਾਜ ਕਹਿੰਦੇ, ਪੈਂਦੇ ਖਾਂ ਜੇ ਤੇਰੇ ਮਨ 'ਚ ਕੋਈ ਗੱਲ ਹੈਗੀ ਤੇ ਸਾਨੂੰ ਦੱਸ ਦੇ। ਆਖੋ ਵਾਹਿਗੁਰੂ। ਮਹਾਰਾਜ ਬਖਸ਼ਦੇ ਆ ਨਾ। ਮਹਾਰਾਜ ਕਹਿੰਦੇ, ਜੇ ਤੇਰੇ ਮਨ 'ਚ ਕੋਈ ਗੱਲ ਹੈਗੀ ਤੇ ਦੱਸ ਦੇ। ਪਰ ਸਾਧ ਸੰਗਤ ਜੀ, ਪੈਂਦੇ ਖਾਂ ਮੁੱਕਰੀ ਜਾਵੇ। ਕਹਿੰਦਾ, ਨਹੀਂ ਨਹੀਂ ਨਹੀਂ, ਮੇਰੇ ਮਨ 'ਚ ਕੋਈ ਗੱਲ ਨਹੀਂ ਹੈਗੀ। ਮਹਾਰਾਜ ਕਹਿੰਦੇ, ਵੇਖ ਲੈ। ਕਹਿੰਦਾ, ਨਹੀਂ ਮਹਾਰਾਜ ਕੋਈ ਗੱਲ ਨਹੀਂ ਹੈਗੀ, ਝੂਠ ਬੋਲਦਾ। ਮਹਾਰਾਜ ਨੂੰ ਤਾਂ ਇਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਇਹਦੇ ਮਨ 'ਚ ਗੱਲ ਹੈਗੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਫਿਰ ਵੀ ਮਹਾਰਾਜ ਕਹਿੰਦੇ ਸੀ ਵੀ ਆਪੇ ਹੀ ਠੀਕ ਹੋ ਜੇ, ਆਪੇ ਹੀ ਦੱਸ ਦੇ। ਪੈਂਦੇ ਖਾਂ ਅੱਗੋਂ ਜਿੱਦਣ ਲੱਗ ਪਿਆ। ਮਹਾਰਾਜ ਕਹਿੰਦੇ, ਪੈਂਦੇ ਖਾਂ ਉਹ ਜਿਹੜਾ ਸਾਡਾ ਚਿੱਟਾ ਬਾਜ ਹੈ ਉਹ ਤੇਰੇ ਘਰ ਆਇਆ। ਕਹਿੰਦਾ, ਨਹੀਂ ਮਹਾਰਾਜ ਮੇਰੇ ਘਰ ਕਿੱਥੋਂ ਹੈ? ਝੂਠ ਬੋਲਤਾ। ਮਹਾਰਾਜ ਕਹਿੰਦੇ, ਨਾ ਕਰ ਪੈਂਦੇ ਖਾਂ, ਸਾਨੂੰ ਪਤਾ ਲੱਗਾ ਹੈ ਵੀ ਬਾਜ ਤੇਰੇ ਘਰ 'ਚ। ਪੈਂਦੇ ਖਾਂ ਕਹਿੰਦਾ, ਨਹੀਂ ਮਹਾਰਾਜ ਤੁਹਾਨੂੰ ਐਵੇਂ ਕਿਸੇ ਨੇ ਮੇਰੇ ਖਿਲਾਫ ਭੜਕਾ ਦਿੱਤਾ ਹੈ, ਇਹ ਝੂਠ ਬੋਲਦੇ ਆ ਸਿੱਖ, ਬਾਜ ਮੇਰੇ ਘਰ ਨਹੀਂ ਹੈਗਾ। ਉਹ ਮਹਾਰਾਜ ਕਹਿੰਦੇ, ਪੈਂਦੇ ਖਾਂ ਇੱਕ ਬਾਜ ਕਰਕੇ ਕਿਉਂ ਸਾਡੇ ਤੋਂ ਝੂਠ ਬੋਲਦਾ ਹੈ? ਸਾਧ ਸੰਗਤ ਜੀ, ਗੁਰੂ ਸਾਹਿਬ ਨੇ 3 ਵਾਰੀ ਪੈਂਦੇ ਖਾਂ ਨੂੰ ਬੁਲਾਇਆ। 3 ਵਾਰੀ, 3 ਵਾਰੀ ਹੱਦ ਹੁੰਦੀ ਹੈ। ਮਹਾਰਾਜ ਨੇ 3 ਵਾਰੀ ਪੈਂਦੇ ਖਾਂ ਨੂੰ ਬੁਲਾਇਆ। ਤਿੰਨੋਂ ਵਾਰੀ ਪੈਂਦੇ ਖਾਂ ਝੂਠ ਹੀ ਬੋਲਦਾ ਰਿਹਾ ਵੀ ਬਾਜ ਮੇਰੇ ਘਰ ਨਹੀਂ ਹੈ, ਬਾਜ ਮੇਰੇ ਘਰ ਨਹੀਂ ਹੈ, ਬਾਜ ਮੇਰੇ ਘਰ ਨਹੀਂ ਹੈ। ਸੋ ਜਿੱਦ ਵਿੱਚ ਆ ਗਿਆ, ਮਹਾਰਾਜ ਨਾਲ ਹੀ ਛਲ ਕਰਨਾ ਚਾਹੁੰਦਾ। ਕਹਿੰਦਾ, ਉਹ ਤਾਂ ਸਾਡੇ ਪਿੰਡ ਤੋਂ ਦੂਰ ਉੱਡ ਕੇ ਹੀ ਕਿਤੇ ਚਲੇ ਗਿਆ, ਮੈਂ ਤੇ ਆਪ ਲਭਾਉਂਦਾ ਰਿਹਾ, ਬਾਜ ਲੱਭਿਆ ਹੀ ਨਹੀਂ ਹੈਗਾ। ਮਹਾਰਾਜ ਕਹਿੰਦੇ, ਕੋਈ ਨਹੀਂ ਪੈਂਦੇ ਖਾਂ, ਮੰਨ ਲਾ ਗੱਲ, ਸੱਚ ਦੱਸ ਦੇ, ਤੈਨੂੰ ਕੁਝ ਨਹੀਂ ਕਵਾਂਗੇ। ਆਖੋ ਵਾਹਿਗੁਰੂ ਵਾਹਿਗੁਰੂ। ਸੱਚ ਵਿੱਚ ਬੜੀ ਵੱਡੀ ਤਾਕਤ ਹੈ ਸਾਧ ਸੰਗਤ ਜੀ। ਜਿਹੜਾ ਸੱਚ ਹੈ ਨਾ, ਸੱਚ ਵੀ ਜੁਗਤੀ ਦੇ ਨਾਲ ਬੋਲਿਆ ਜਾਵੇ। ਇਹ ਨਹੀਂ ਹੈ ਕਿ ਸੱਚ ਬੋਲ ਕੇ ਇੱਕਦਮ ਹਿਰਦਾ ਦੁਖਾ ਦਿਓ। ਗੁਰੂ ਰਾਮਦਾਸ ਜੀ ਦੀ ਕਥਾ ਆਉਂਦੀ ਹੈ ਨਾ, ਵੀ ਸਾਚ ਕਹਿਣ ਮਹਿ ਭੇਦ ਹੈ। ਸੱਚ ਬੋਲਣ ਵਿੱਚ ਵੀ ਗੁਰੂ ਰਾਮਦਾਸ ਜੀ ਕਹਿੰਦੇ ਸਿੱਖੋ ਭੇਦ ਹੈਗਾ ਹੈ। ਸੱਚ ਬੋਲ ਕੇ ਕਿਸੇ ਦਾ ਨੁਕਸਾਨ ਹੀ ਕਰ ਦਿਓ, ਉਹ ਸੱਚ ਨਹੀਂ ਬੋਲਣਾ। ਆਖੋ ਵਾਹਿਗੁਰੂ। ਉਹ ਸੱਚ ਨਹੀਂ ਬੋਲਣਾ। ਸਾਚ ਕਹਿਣ ਮਹਿ ਭੇਦ ਹੈ, ਬੜੀ ਉਹ ਲੰਮੀ ਕਥਾ ਹੈ। ਪਰ ਉਂਝ ਇਹੋ ਜਿਹੇ ਵੇਲੇ ਜੇ ਮਹਾਰਾਜ ਪੁੱਛ ਰਹੇ ਆ, ਪੈਂਦੇ ਖਾਂ ਦੱਸਦੇ ਵੀ ਪੁਸ਼ਾਕ ਮੇਰੇ ਜਵਾਈ ਨੇ ਖੋਲੀ ਹੈ, ਘੋੜਾ ਵੀ ਉਹਨੇ ਖੋਲਿਆ, ਬਾਜ ਵੀ ਉਹਦੇ ਕੋਲ ਹੈਗਾ, ਮਹਾਰਾਜ ਮੈਂ ਕੀ ਕਰਾਂ? ਪਰ ਦੱਸਦਾ ਪਤਾ ਕਿਉਂ ਨਹੀਂ ਹੈ? ਕਿਉਂਕਿ ਪੈਂਦੇ ਖਾਂ ਨੂੰ ਮੋਹ ਤੰਗ ਕਰ ਰਿਹਾ ਜੀ। ਸਵਾਲ ਧੀ ਦਾ ਹੈਗਾ ਜੀ, ਸਵਾਲ ਧੀ ਦਾ ਹੈਗਾ ਜੀ। ਉਹਨੂੰ ਇਹ ਹੈਗਾ ਵੀ ਜਵਾਈ ਛੱਡ ਨਾ ਜਾਵੇ। ਹੁਣ ਅੱਗੋਂ ਮਸਲਾ ਕਿੱਥੋਂ ਕੁ ਤੱਕ ਪਹੁੰਚਦਾ, ਉਹ ਹੁਣ ਆਪਾਂ ਕਥਾ ਵਿੱਚ ਸਰਵਣ ਕਰਨਾ। ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ।
ਮੰਦ ਮਤੀ ਕੋ ਹਠ ਵੱਡ ਜਾਣਿਓ। ਉਹ ਪੈਂਦੇ ਖਾਂ ਜਿੱਦ ਹੀ ਕਰਨ ਲੱਗ ਪਿਆ। ਭਾਈ ਸੰਤੋਖ ਸਿੰਘ ਮੰਦਮਤੀ ਲਿਖਦੇ, ਮੂਰਖ ਮਤ ਲਿਖਦੇ। ਉਹ ਮਹਾਰਾਜ ਨਾਲ ਜਿੱਦ ਕਰਨ ਲੱਗ ਪਿਆ ਜੀ। ਨਹੀਂ ਮਹਾਰਾਜ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ, ਬਾਜ ਮੇਰੇ ਕੋਲ ਹੈ ਹੀ ਨਹੀਂ। ਤੇ ਮਹਾਰਾਜ ਨੂੰ ਪਤਾ ਵੀ ਇਹਦੇ ਕੋਲ ਹੈਗਾ। ਬਾਰ-ਬਾਰ ਜਿੱਦ ਕਰੀ ਜਾਵੇ, ਜਿੱਦ ਕਰੀ ਜਾਵੇ। ਮਹਾਰਾਜ ਨੇ ਵੇਖਿਆ ਵੀ ਪੈਂਦੇ ਖਾਂ ਬੜਾ ਹਠੀ ਹੈਗਾ ਹੈ, ਬੜਾ ਜਿੱਦੀ ਹੈ। ਮਤ ਬਪਰੀਤ ਕਰੀ ਢਿੱਗ ਕਾਲ। ਪਰ ਕੀ ਕਰੇ, ਕਾਲ ਨੇ ਪੈਂਦੇ ਖਾਂ ਦੀ ਮਾਤੀ ਪੁੱਠੀ ਕਰ ਦਿੱਤੀ ਹੈ ਜੀ। ਹਾਂਜੀ, ਭਇਓ ਪਾਪ ਰਤ ਸਮਝਤ ਨਹਿ ਚਿਤ। ਪਾਪ ਦੇ ਵਿੱਚ ਪੈਂਦੇ ਖਾਂ ਦਾ ਮਨ ਗਲਤਾਨ ਹੋ ਗਿਆ ਜੀ। ਪਾਪ ਵਿੱਚ ਰੱਤਿਆ ਗਿਆ ਤੇ ਸਮਝਤ ਨਹਿ ਚਿਤ। ਸਮਝਾਇਆ ਵੀ ਨਹੀਂ ਸਮਝ ਰਿਹਾ ਤੇ ਸਮਝਾਉਣ ਕੋਈ ਹੋਰ ਨਹੀਂ ਰਿਹਾ ਪੈਂਦੇ ਖਾਂ ਨੂੰ। ਖੁਦ ਛੇਵੇਂ ਪਾਤਸ਼ਾਹ ਸਮਝਾ ਰਹੇ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਚਲੋ ਕੋਈ ਆਮ ਸਮਝਾਉਂਦਾ ਹੋਵੇ ਤਾਂ ਆਪਾਂ ਕਹਿ ਵੀ ਦਈਏ, ਖੁਦ ਗੁਰੂ ਸਾਹਿਬ ਸਮਝਾ ਰਹੇ ਆ, ਪਰ ਪੈਂਦੇ ਖਾਂ ਸਮਝ ਨਹੀਂ ਰਿਹਾ ਜੀ। ਹਾਂਜੀ, ਬੈਠ ਰਹਿਓ ਕਰ ਕ੍ਰੋਧ ਤੇ ਵਿਸਾਲ। ਗੁੱਸਾ ਧਾਰਨ ਕਰਕੇ ਨਾ ਮਨ ਵਿੱਚ ਤੇ ਮਹਾਰਾਜ ਦੇ ਲਾਗੇ ਬੈਠਾ ਰਿਹਾ ਜੀ। ਰਿਹਾ ਲਾਗੇ ਹੀ ਬੈਠਾ, ਪਰ ਬੈਠ ਰਹਿਓ ਕਰ ਕ੍ਰੋਧ ਵਿਸਾਲ। ਬੜਾ ਗੁੱਸਾ ਕੀਤਾ, ਮਹਾਰਾਜ ਜੀ ਦੇ ਲਾਗੇ ਬੈਠਾ ਰਿਹਾ। ਵਿਧੀ ਚੰਦ ਕੋ ਨਿਕਟ ਹਕਾਰਿਓ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਖਾਸ ਸੇਵਕ, ਆਖੋ ਵਾਹਿਗੁਰੂ, ਵਾਹਿਗੁਰੂ, ਬਾਬਾ ਬਿਧੀ ਚੰਦ ਜੀ ਨੂੰ ਸੱਦਿਆ। ਪੈਂਦੇ ਖਾਂ ਥੋੜਾ ਦੂਰ ਬਹਿ ਗਿਆ, ਹੈ ਗੁੱਸਾ ਵੀ ਮੇਰੇ ਤੇ ਤੋਹਮਤ ਲਾ ਦਿੱਤੀ ਹੈ। ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਸੱਦਿਆ। ਕਹਿਓ ਕਾਨ ਮਹਿ ਅਬ ਤੂੰ ਚਾਲ। ਤੇ ਨੇੜੇ ਕਰਕੇ ਨਾ ਧੰਨ ਬਾਬਾ ਬਿਧੀ ਚੰਦ ਜੀ ਦੇ ਕੰਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ। ਮਹਾਰਾਜ ਉਹਦੇ ਕੰਨ ਵਿੱਚ ਕਹਿਣ ਲੱਗੇ, ਸਮਾਂ ਦੁਪਹਿਰੇ ਕੋ ਸਮ ਜਨਮ। ਹਾਂਜੀ, ਗਮਨੋ ਆਨੋ ਬਾਜ ਉਤਾਲ। ਮਹਾਰਾਜ ਕਹਿਣ ਲੱਗੇ ਦੁਪਹਿਰ ਦਾ ਸਮਾਂ ਹੈ ਤੇ ਦੁਪਹਿਰ ਦਾ ਸਮਾਂ ਰਾਤ ਵਰਗਾ ਹੀ ਹੁੰਦਾ ਹੈ। ਸਨਾਟਾ ਜੋ ਛਾਇਆ ਹੁੰਦਾ ਸੜਕਾਂ ਤੇ ਵੀ, ਗਲੀਆਂ ਵਿੱਚ ਸਭ ਦੁਪਹਿਰੇ ਧੁੱਪ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਆ। ਦਿਹਾੜੀਦਾਰ ਵੀ ਦੁਪਹਿਰੇ ਧੁੱਪੇ ਆਰਾਮ ਕਰ ਲੈਂਦੇ ਆ ਜੀ। ਮਹਾਰਾਜ ਕਹਿਣ ਲੱਗੇ ਦੁਪਹਿਰ ਦਾ ਸਮਾਂ ਹੈ, ਸਮਝ ਰਾਤ ਹੀ ਹੈ। ਹੌਲੀ ਜੀ ਪੈਂਦੇ ਖਾਂ ਦੇ ਘਰ ਜਾ, ਮਹਾਰਾਜ ਕਹਿੰਦੇ, ਤੇ ਇਹਦੇ ਘਰ ਵਿੱਚ ਚੁਬਾਰਾ ਹੀ। ਆਖੋ ਵਾਹਿਗੁਰੂ, ਵਾਹਿਗੁਰੂ। ਇਹਦਾ ਜਵਾਈ ਉੱਥੇ ਸੁੱਤਾ ਪਿਆ। ਅੱਡੇ ਦੇ ਉੱਤੇ ਬਾਜ ਇਹਨੇ ਰੱਖਿਆ, ਉਹਦੇ ਜਵਾਈ ਨੇ। ਮਹਾਰਾਜ ਕਹਿੰਦੇ ਚੁੱਪ ਕਰਕੇ ਬਾਜ ਲੈ ਆ। ਆਖੋ ਵਾਹਿਗੁਰੂ, ਵਾਹਿਗੁਰੂ। ਗੁਰੂ ਸਾਹਿਬ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਜੀ। ਇਹ ਮੰਨਣ ਨਹੀਂ ਦਿਆ। ਮਹਾਰਾਜ ਲਾਈਵ ਟੈਲੀਕਾਸਟ ਵੇਖ ਰਹੇ ਵੀ ਬਾਜ ਕਿੱਥੇ ਪਿਆ ਹੈ ਜੀ, ਬਾਜ ਕਿੱਥੇ ਹੈ। ਮਹਾਰਾਜ ਨੂੰ ਸਾਰੀ ਗੱਲ ਦਾ ਪਤਾ ਲੱਗ ਰਿਹਾ ਜੀ। ਪਰ ਚੇਤਾ ਰੱਖਿਓ, ਛੇਤੀ ਕਿਤੇ ਮਹਾਰਾਜ ਕਿਸੇ ਦਾ ਪਰਦਾ ਨਹੀਂ ਚੁੱਕਦੇ ਜੀ। ਗੁਰੂ ਸਾਹਿਬ ਪਰਦਾ ਪਾ ਕੇ ਹੀ ਰੱਖਦੇ ਆ, ਛੇਤੀ ਕਿਤੇ ਨਹੀਂ ਪਰਦਾ ਚੁੱਕਦੇ। ਪਰ ਬੰਦਾ ਕਿਸੇ ਬੰਨੇ ਲੱਗੇ ਹੀ ਨਾ ਤੇ ਫਿਰ ਕਰਨਾ ਪੈਂਦਾ ਜੀ। ਹਾਂਜੀ, ਸੁਨਤ ਪਿਆਨਿਓ ਵੀਰ ਤੀਰ ਸਮ। ਬਾਬਾ ਬਿਧੀ ਚੰਦ ਜੀ ਜਿਵੇਂ ਤੀਰ ਜਾਂਦਾ ਹੈ ਨਾ, ਤੀਰ, ਉਵੇਂ ਛੇਤੀ ਨਾਲ ਗਏ। ਸ਼੍ਰੀ ਸਤਿਗੁਰ ਪੱਗ ਕਮਲ ਮਨਾਏ। ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਤੇ ਬਾਬਾ ਬਿਧੀ ਚੰਦ ਜੀ ਛੋਟੇ ਮੀਰ ਪਿੰਡ ਗਏ। ਛੋਟੇ ਮੀਰ ਗ੍ਰਾਮ ਮਹਿ ਪਹੁੰਚਿਓ। ਤੇ ਪੈਂਦੇ ਖਾਂ ਦੇ ਪਿੰਡ ਵਿੱਚ ਪਹੁੰਚ ਗਏ। ਹਾਂਜੀ, ਬਦਨ ਆਸ਼ਾਦਿਓ ਬਸਨ ਬਨਾਏ। ਤੇ ਸਾਧ ਸੰਗਤ ਜੀ ਮੁਖ ਢੱਕ ਲਿਆ ਸੀ ਬਾਬਾ ਜੀ ਨੇ ਵੀ ਕੋਈ ਪਛਾਣੇ ਨਾ। ਹਾਂਜੀ, ਨਿਜ ਨਿਜ ਸਦਨ ਪ੍ਰਵੇਸ਼ੇ ਸਗਰੇ। ਦੁਪਹਿਰ ਦਾ ਸਮਾਂ ਸੀ, ਧੁੱਪ ਲੱਗੀ ਸੀ, ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਲੁਕੇ ਪਏ ਸਨ ਜੀ। ਆਪੋ ਆਪਣੇ ਘਰਾਂ ਵਿੱਚ ਅੰਦਰ ਗਏ ਹੋਏ ਸਨ। ਸੁਪਤ ਪਰੇ ਕੋ ਬੈਠ ਰਹਾਏ। ਕਈ ਤੇ ਦੁਪਹਿਰੇ ਸੌਂ ਜਾਂਦੇ ਆ, ਕਈ ਸੌਂ ਗਏ ਸੀ ਦੁਪਹਿਰ ਦਾ ਸਮਾਂ ਜਾਣ ਕੇ। ਕਈ ਵੈਸੇ ਹੀ ਪਰਿਵਾਰ ਦੇ ਜੀਆਂ ਨਾਲ ਗੱਲ ਕਰ ਰਹੇ ਸੀ ਤੇ ਗਲੀ ਵਿੱਚ ਕੋਈ ਵੀ ਨਹੀਂ ਸੀ। ਪੈਂਦ ਖਾਨ ਕੇ ਘਰ ਮੈਂ ਹੈ ਬਰਕਰ। ਬਾਬਾ ਬਿਧੀ ਚੰਦ ਜੀ ਚੁੱਪ ਚਪੀਤੇ ਪੈਂਦੇ ਖਾਂ ਦੇ ਘਰ ਵਿੱਚ ਚਲੇ ਗਏ। ਪਿਖਿਓ ਨਾ ਮਾਨੁਖ ਇਤ ਉਤ ਜਾਏ। ਵੇਖਿਆ ਇੱਧਰ ਉੱਧਰ ਕੋਈ ਬੰਦਾ ਨਹੀਂ ਹੈਗਾ। ਆਖੋ ਵਾਹਿਗੁਰੂ, ਕੋਈ ਬੰਦਾ ਨਹੀਂ ਹੈਗਾ। ਇੱਧਰ ਉੱਧਰ ਵੇਖਿਆ ਜੀ, ਉਹ ਮਹਾਰਾਜ ਦੀ ਖੇਡ, ਸਾਰੇ ਰਾਹ ਖਾਲੀ ਮਿਲੀ ਗਏ ਜੀ। ਕਿਉਂ? ਭੇਜਿਆ ਕਿੰਨੇ ਹੈ? ਭੇਜਿਆ ਵੀ ਤੇ ਪੂਰੇ ਗੁਰੂ ਨੇ ਹੈ ਨਾ।
ਹਾਂਜੀ। ਪ੍ਰਿਥਕ ਚੋਬਾਰਾ ਸਭ ਕੇ ਅੰਤਰ, ਸੁਪਤਿਓ ਤਹਾਂ ਖਾਨ ਅਸਮਾਨ। ਉਹ ਵਾਕਈ ਜਿਵੇਂ ਮਹਾਰਾਜ ਨੇ ਕਿਹਾ ਨਾ ਵੀ ਇੱਕ ਪਾਸੇ ਚੁਬਾਰਾ ਹੀ ਤੇ ਚੁਬਾਰੇ ਵਿੱਚ ਜਵਾਈ ਭਾਈ ਸੁੱਤਾ ਹੀ। ਉਹ ਬਾਬਾ ਵਿਧੀ ਚੰਦ ਜੀ ਨੇ ਵੇਖਿਆ ਵਾਕਈ ਚੁਬਾਰਾ ਹੌਲੀ ਜਿਹੀ ਪੌੜੀਆਂ ਚੜ੍ਹੇ ਤੇ ਅਸਮਾਨ ਅੱਖਾਂ ਸੁੱਤਾ ਪਿਆ ਸੀ ਉੱਥੇ ਜੀ। ਹਾਂਜੀ। ਬਖਸ਼ਿਸ਼ ਗੁਰ ਕੀ ਬਾਜ ਸਹਿਤ ਤਿਸ, ਆਡੇ ਪਰ ਬੈਠਾਏ ਸੁਖਮਾਨ। ਅੱਡੇ ਦੇ ਉੱਤੇ ਬਾਜ ਬਿਠਾਇਆ ਸੀ। ਬਾਬਾ ਵਿਧੀ ਚੰਦ ਜੀ ਨੇ ਵੇਖਿਆ ਬਾਜ ਤਾਂ ਇੱਥੇ ਬੈਠਾ ਹੈ। ਆਖੋ ਵਾਹਿਗੁਰੂ। ਤੇ ਪੈਂਦੇ ਖਾਂ ਵਾਕਈ ਝੂਠ ਬੋਲੀ ਜਾਂਦਾ। ਤੇ ਨਾਲ ਕਿੱਲੀ ਦੇ ਸਾਰਾ ਕੁਝ ਹੀ ਬਸਤਰ ਟੰਗੇ ਸਨ ਜੀ। ਹਾਂਜੀ। ਪਰਿਓ ਨ ਚਿੰਤ ਨਹੀਂ ਸੁਧ ਤਨ ਕੀ, ਆਵਤ ਜਾਤ ਬਾਏ ਮੁਖ ਪ੍ਰਾਨ। ਤੇ ਉਹਦੀ ਸਾਧ ਸੰਗਤ ਜੀ ਸੁੱਤਾ ਸੀ ਅਸਮਾਨ ਖਾਂ। ਤੇ ਕਈ ਜਦੋਂ ਸੌਂਦੇ ਆ ਨਾ ਉਹਨਾਂ ਦਾ ਮੂੰਹ ਖੁੱਲ ਜਾਂਦਾ ਹੈ, ਆਪੇ ਖੁੱਲ ਜਾਂਦਾ। ਭਾਈ ਸੰਤੋਖ ਸਿੰਘ ਕਹਿੰਦੇ ਆ ਅਸਮਾਨ ਖਾਂ ਦਾ ਮੂੰਹ ਖੁੱਲਿਆ ਪਿਆ ਸੀ, ਸੁੱਤਾ ਸੀ। ਦੁਪਹਿਰੇ ਸ਼ਿਕਾਰ ਤੋਂ ਆਇਆ ਸੀ, ਥੱਕਿਆ ਪਿਆ ਸੀਗਾ ਜੀ। ਹਾਂਜੀ। ਵਿਧੀ ਚੰਦ ਟਿਗ ਜਾਏ ਪਰਵੇਸ਼ਿਓ। ਅਸਮਾਨ ਖਾਂ ਨੂੰ ਨਹੀਂ ਪਤਾ ਲੱਗਾ ਵੀ ਮੇਰੇ ਕਮਰੇ ਚੁਬਾਰੇ ਵਿੱਚ ਕੋਈ ਆਇਆ। ਬਾਬਾ ਵਿਧੀ ਚੰਦ ਜੀ ਉਹਦੇ ਨੇੜੇ ਹੋ ਗਏ। ਪਿਖ ਸਭ ਵਸਤੂ ਆਨੰਦ ਠਾਨ। ਜਦੋਂ ਸਾਰੀਆਂ ਵਸਤੂਆਂ ਵੇਖੀਆਂ ਤੇ ਬਾਬਾ ਵਿਧੀ ਚੰਦ ਜੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ ਵੀ ਮਹਾਰਾਜ ਨੇ ਤੇ ਇਕੱਲਾ ਬਾਜ ਲਿਆਉਣ ਲਈ ਕਿਹਾ, ਮੈਂ ਸਾਰੀਆਂ ਹੀ ਲੈ ਜਾਂਦਾ। ਆਖੋ ਵਾਹਿਗੁਰੂ। ਵਾਹ। ਮੈਂ ਸਾਰੀਆਂ ਹੀ ਲੈ ਜਾਂਦਾ। ਐਵੇਂ ਥੋੜੀ ਮਹਾਰਾਜ ਹਨੂਮਾਨ ਕਹਿੰਦੇ ਜੀ ਉਹਨੂੰ, ਵੀ ਬਾਬਾ ਵਿਧੀ ਚੰਦ ਜੀ ਤਾਂ ਸਾਡੇ ਹਨੂਮਾਨ ਨੇ। ਉਹ ਲਿਆਉਣੀ ਤੇ ਬੂਟੀ ਸੀ ਤੇ ਉਹ ਪਹਾੜ ਹੀ ਲੈ ਆਏ ਸੀਗੇ ਜੀ। ਬਾਬਾ ਜੀ ਨੇ ਸੋਚਿਆ ਵੀ ਮੈਂ ਸਾਰਾ ਕੁਝ ਹੀ ਲੈ ਜਾਂਦਾ। ਹਾਂਜੀ। ਧਰੇ ਕਿਲਕ ਪਰ ਬਸਤਰ ਉਤਾਰੇ। ਕਿੱਲੀ ਦੇ ਉੱਤੇ ਜਿਹੜੇ ਬਸਤਰ ਟੰਗੇ ਸੀ ਨਾ ਉਹ ਸੋਨੇ ਦੀ ਕਢਾਈ ਵਾਲੇ, ਉਹ ਲਾਏ। ਚੀਰਾ ਬੰਧਿਓ ਤੋ ਸੋਲੀਨ। ਤੇ ਜਿਹੜੀ ਪੱਗ ਬੱਧੀ ਸੀਗੀ ਉਹ ਸਹਿਜੇ ਜੇ ਲਾ ਲਈ ਬਾਬਾ ਵਿਧੀ ਚੰਦ ਜੀ ਨੇ ਅਸਮਾਨ ਖਾਂ ਦੇ ਸਿਰ ਤੋਂ। ਖੜਗ ਸੇ ਪਰ ਜੋਗ ਧਰੀ ਸਰਹਾਣੇ। ਤੇ ਉਹ ਢਾਲ ਤੇ ਖੜਗ ਉਹਨੇ ਸਰਾਣੇ ਰੱਖੀ ਸੀ ਆਪਣੇ, ਉਹ ਵੀ ਚੁੱਕ ਲਈ। ਤਤ ਛਿਨ ਹਾਥ ਉਠਾਵਨ ਕੀ। ਉਸੇ ਵੇਲੇ ਬਾਬਾ ਵਿਧੀ ਚੰਦ ਜੀ ਨੇ ਸਭ ਕੁਝ ਚੁੱਕ ਲਿਆ। ਆਡੇ ਪਰ ਤੇ ਬਾਜ਼ ਗਹਿਓ ਤਬ, ਨਿਕਸਿਓ ਸ਼ੀਗਰ ਵਿਸਾਲ ਪ੍ਰਬੀਨ। ਤੇ ਅੱਡੇ ਤੋਂ ਸਾਧ ਸੰਗਤ ਦੀ ਬਾਜ ਵੀ ਲਾ ਲਿਆ। ਸਭ ਕੁਝ ਲੈ ਕੇ ਨਾ ਚੁੱਪ ਕਰਕੇ ਹੌਲੀ ਹੌਲੀ ਥੱਲੇ ਉਤਰ ਆਏ। ਕਿਸੂ ਨਾ ਦੇਖਿਓ ਅਦਭੁਤ ਕਰਮ। ਹੁਣ ਇੰਨਾ ਵੱਡਾ ਕੰਮ ਵੇਖੋ, ਇਹ ਬਾਬਾ ਵਿਧੀ ਚੰਦ ਫਿਰ ਪਿੱਛੋਂ ਹੀ ਕਰਦੇ ਆਉਂਦੇ ਨਾ, ਟ੍ਰੇਨਡ ਨੇ। ਆਖੋ ਵਾਹਿਗੁਰੂ। ਕਥਾ ਤੁਸੀਂ ਸੁਣੀ ਬਾਬਾ ਜੀ ਦੇ ਪ੍ਰਸੰਗ, ਕਿਵੇਂ ਚੋਰੀ ਕਰ ਜਾਂਦੇ ਹੁੰਦੇ ਸੀਗੇ। ਮਹਾਰਾਜ ਨੇ ਵੀ ਬਾਬਾ ਵਿਧੀ ਚੰਦ ਜੀ ਨੂੰ ਹੀ ਭੇਜਿਆ ਜੀ, ਕਿਉਂ ਪਤਾ ਵੀ ਇਹ ਟ੍ਰੇਨਡ ਨੇ ਪੂਰੇ। ਉਹ ਬਾਬਾ ਵਿਧੀ ਚੰਦ ਜੀ ਦੇ ਇਸ ਕੰਮ ਨੂੰ ਕੋਈ ਜਾਣ ਹੀ ਨਹੀਂ ਸਕਿਆ ਜੀ। ਹਾਂਜੀ। ਆਇਓ ਪੁਰ ਕਰਤਾਰ ਸੋਲੀ। ਸੋ ਸਹਿਜੇ 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 ਬਾਬਾ ਵਿਧੀ ਚੰਦ ਜੀ ਕਰਤਾਰਪੁਰ ਸਾਹਿਬ ਆ ਗਏ ਜੀ। ਅਨੰਤ ਥਾਨ ਧਰ ਗਮਨਿਓ ਗੁਰ ਢਿਗ, ਹਾਂਜੀ। ਤੁਮ ਪ੍ਰਤਾਪ ਤੇ ਸਭ ਕਿਛ ਲਿਆਏ। ਤੇ ਇੱਕ ਥਾਂ ਅੰਦਰ ਵਾਰ ਬਾਜ ਵੀ ਰੱਖਤਾ, ਕੱਪੜੇ ਵੀ ਰੱਖਤੇ, ਸ਼ਸਤਰ ਵੀ ਰੱਖਤੇ। ਤੇ ਹੌਲੀ ਜੀ ਮਹਾਰਾਜ ਦੇ ਕੰਨ ਵਿੱਚ ਆ ਕੇ ਕਹਿੰਦੇ, ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਮੈਂ ਸਭ ਕੁਝ ਲੈ ਆਇਆ ਵਾਂ, ਲੈ ਆਇਆ ਹਾਂ। ਹਾਂਜੀ। ਪੋਸ਼ਿਸ਼ ਬਾਜ ਸਮੇਤ ਸਿਪਰ ਅਸ, ਤੁਮ ਪ੍ਰਤਾਪ ਤੇ ਸਭ ਕੁਝ ਲਿਆਏ। ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਸਾਰਾ ਕੁਝ ਹੀ ਲੈ ਆਂਦਾ ਜੇ, ਸਿਰਫ ਘੋੜਾ ਨਹੀਂ ਸੀ ਲਿਆਂਦਾ। ਤੇ ਪੋਸ਼ਿਸ਼ ਮਹਾਰਾਜ ਨੂੰ ਦੱਸਿਆ ਵੀ ਮੈਂ ਕੱਪੜੇ ਵੀ ਲੈ ਆਇਆ, ਬਾਜ ਵੀ ਲੈ ਆਇਆ ਹਾਂ। ਧਰੀ ਆਨ ਕਰ ਆਨ ਸਥਾਈ। ਮਹਾਰਾਜ ਉਹ ਲੁਕਾ ਕੇ ਇੱਕ ਪਾਸੇ ਸਭ ਕੁਝ ਰੱਖ ਲਿਆ ਹੈ। ਸ਼ਰਵਨ ਲਾਗ ਕਰ ਮੰਦ ਮੰਦ ਸੁਰ, ਕਰਿਓ ਕਾਜ ਸੋ ਦਇਓ ਸੁਨਾਏ। ਹੌਲੀ ਹੌਲੀ ਬਾਬਾ ਵਿਧੀ ਚੰਦ ਜੀ ਨੇ ਮਹਾਰਾਜ ਨੂੰ ਬੋਲ ਕੇ ਦੱਸਿਆ ਜੀ। ਤੇ ਬਾਬਾ ਵਿਧੀ ਚੰਦ ਜੀ ਦੀ ਆਵਾਜ਼ ਦੂਜੇ ਨੂੰ ਨਹੀਂ ਪਤਾ ਲੱਗੀ ਜੀ। ਸਿਆਣਾ ਬੰਦਾ ਗੱਲ ਇਸ ਤਰ੍ਹਾਂ ਕਰੇ ਵੀ ਦੂਜੇ ਨੂੰ ਪਤਾ ਹੀ ਨਾ ਲੱਗੇ। ਆਖੋ ਵਾਹਿਗੁਰੂ। ਹੁਣ ਇਹ ਥੋੜੀ ਵੀ ਰੌਲਾ ਹੀ ਪਾ ਦੇ। ਆਖੋ ਵਾਹਿਗੁਰੂ। ਰੌਲਾ ਹੀ ਪਾ ਦੇ ਨਹੀਂ। ਉਹ ਬਾਬਾ ਜੀ ਬੜੇ ਸਹਿਜੇ ਸਹਿਜੇ ਮਹਾਰਾਜ ਨੂੰ ਦੱਸ ਦਿੱਤਾ। ਪੈਂਦਾ ਬੈਠਿਓ ਰਹਿਓ ਤਾਹਾਂ ਹੀ,
ਹਾਂਜੀ। ਅਪਰ ਖਿਆਲ ਗੁਰ ਸਮਾਂ ਬਿਤਾਏ। ਪੈਂਦੇ ਖਾਂ ਉੱਥੇ ਹੀ ਸੰਗਤ 'ਚ ਬੈਠਾ, ਕਿਉਂ ਮਹਾਰਾਜ ਨੇ ਆਗਿਆ ਨਹੀਂ ਨਾ ਦਿੱਤੀ ਜਾਣ ਦੀ, ਆਗਿਆ ਤੋਂ ਬਗੈਰ ਜਾ ਨਹੀਂ ਸੀ ਸਕਦਾ। ਤੇ ਮਹਾਰਾਜ ਉੱਥੇ ਬੈਠੇ ਆ ਤੇ ਹੋਰ ਬਚਨ ਬਲਾਸ ਕਰਦੇ ਰਹੇ ਕੁਝ ਸਮਾਂ। ਬਾਹਰ ਖਾਨ ਕੀ ਦਿਸ਼ ਕਰੇ ਬੇਲੋਚਨ। ਫਿਰ ਮਹਾਰਾਜ ਨੇ ਆਪਣੇ ਕਮਲ ਨੇਤਰ ਪੈਂਦੇ ਖਾਂ ਵੱਲ ਕੀਤੇ, ਸ੍ਰੀ ਮੁਖ ਤੇ ਫੁਰਮਾਵਨ ਕੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੈਂਦੇ ਖਾਂ ਨੂੰ ਕਹਿਣ ਲੱਗੇ, ਅਜਹੂ ਸਮਝ ਕੁਛ ਬਿਗੜਿਓ ਨਾਹਿਨ। ਮਹਾਰਾਜ ਬਾਣੀ 'ਚ ਵੀ ਕਹਿੰਦੇ ਨਾ, ਆਖੋ ਵਾਹਿਗੁਰੂ। ਵਾਹਿਗੁਰੂ। ਅੱਜ ਹੂੰ ਸਮਝ ਕੱਛ ਬਿਗੜਿਓ ਨਾ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। ਬੰਦਿਆ ਅਜੇ ਵੀ ਸਮਝ ਲੈ, ਕੁਛ ਨਹੀਂ ਵਿਗੜਿਆ, ਕੁਛ ਨਹੀਂ ਵਿਗੜਿਆ। ਵੇਖੋ, ਚੇਤਾ ਰੱਖਿਓ, ਅੰਤਮ ਸਵਾਸ ਤੱਕ ਕੁਛ ਨਹੀਂ ਤੇ ਸਾਡਾ ਵਿਗੜਿਆ। ਜਿੰਨਾ ਚਿਰ ਤੱਕ ਸਾਡਾ ਅੰਤਮ ਸਵਾਸ ਹੈ ਨਾ, ਕੁਛ ਨਹੀਂ ਵਿਗੜਿਆ। ਮਹਾਰਾਜ ਅੰਤਮ ਸਵਾਸ ਤੱਕ ਬੰਦੇ ਨੂੰ ਮੌਕਾ ਦਿੰਦੇ ਐ, ਬੰਦਿਆ ਮੁਆਫੀ ਮੰਗ ਲੈ, ਤੈਨੂੰ ਬਖਸ਼ ਦਿਆਂਗੇ। ਅਜਹੋ ਸੋ ਨਾਓ ਸਮੁੰਦਰ ਮੈਂ, ਕਿਆ ਜਾਨਾ ਕਿਆ ਹੋਏ। ਚੇਤਾ ਰੱਖਿਓ, ਜੇ ਇਹ ਨਹੀਂ ਪਤਾ ਕਿਹੜੇ ਵੇਲੇ ਮਾੜਾ ਕੰਮ ਹੋ ਜਾਣਾ, ਤੇ ਚੇਤਾ ਰੱਖਿਓ ਅੰਤਮ ਸਵਾਸ ਤੱਕ ਬਖਸ਼ਣ ਦੀ ਵੀ ਪੂਰੀ ਆਸ ਹੁੰਦੀ ਜੇ ਬੰਦੇ ਦੀ। ਬੜੀ ਵੱਡੀ ਭੁੱਲ ਹੋ ਜੇ, ਜਿੰਨਾ ਚਿਰ ਤੱਕ ਅੰਤਮ ਸਾਹ ਹੈਗਾ ਨਾ, ਉਹਨਾਂ ਚਿਰ ਤੱਕ ਬਖਸ਼ਣ ਦੀ ਪੂਰੀ ਆਸ ਹੈਗੀ ਜੇ, ਪੂਰੀ ਆਸ ਹੈਗੀ ਹੈ। ਬੰਦਾ ਭੁੱਲ ਦੀ ਮਾਫੀ ਮੰਗ ਲੇ, ਗੁਰੂ ਸਾਹਿਬ ਮਾਫ ਕਰ ਦਿੰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਪੂਰੀ ਆਸ ਹੈਗੀ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਦੋਂ ਤੈਨੂੰ ਸਮਝ ਆ ਗਈ ਉਦੋਂ ਹੀ ਤੁਰ ਪੈ ਇਸ ਰਸਤੇ ਤੇ, ਉਦੋਂ ਹੀ ਤੁਰ ਪੈ, ਤੇਰਾ ਭਲਾ ਹੋ ਜਾਏਗਾ। ਅਜਹੋਂ ਸਮਝ ਕੱਛ ਬਿਗੜਿਓ ਨਾ ਹੈ ਨਾ। ਮਹਾਰਾਜ ਕਹਿੰਦੇ ਪੈਂਦੇ ਖਾਂ ਅਜੇ ਵੀ ਗੱਲ ਸਮਝ ਲੈ, ਕੁਛ ਨਹੀਂ ਵਿਗੜਿਆ। ਹਾਂਜੀ। ਦੀਜੈ ਹੈ ਬਾਜ ਤੋਹੇ ਜੇ ਲੀਨ। ਉਹ ਜਿਹੜਾ ਬਾਜ ਲਿਆ ਵਾ ਤੇਰੇ ਘਰ 'ਚ ਹੈ, ਮਹਾਰਾਜ ਕਹਿੰਦੇ ਉਹ ਦੇ ਦੇ ਸਾਨੂੰ, ਗੁਰੂ ਕਰਦਾ ਹੈ। ਲੈਬੇ ਹੇਤ ਕਰਹਿ ਜੇ ਲਾਲਚ, ਤਉ ਦੇਹੇ ਤੁਜ ਚਿਤ ਚੇਹੋ ਲੀਨ। ਵੇਖੋ ਮਹਾਰਾਜ ਨੇ ਹੋਰ ਸੌਖਾ ਕੰਮ ਕਰਤਾ। ਮਹਾਰਾਜ ਕਹਿੰਦੇ ਪੈਂਦੇ ਖਾਂ, ਜੇ ਤੂੰ ਉਹ ਬਾਜ ਲੈਣਾ, ਇੱਕ ਵਾਰੀ ਆਪਣੇ ਘਰੋਂ ਲਿਆ ਕੇ ਵਿਖਾ ਦੇ, ਅਸੀਂ ਤੈਨੂੰ ਦੇ ਦਿਆਂਗੇ। ਤੇ ਗੁਰੂ ਸਾਹਿਬ ਤੇ ਉਹੀ ਨੇ ਨਾ, ਇੱਕ ਵਾਰੀ ਕਹਿ ਦਿੰਦਾ ਵੀ ਮਹਾਰਾਜ ਮੇਰਾ ਜਵਾਈ ਅੜ ਰਿਹਾ। ਹਾਂਜੀ। ਹਮਕੋ ਦੇਹੋ ਦੇਖਾਏ ਇੱਕ ਬਾਰੀ। ਮਹਾਰਾਜ ਕਹਿੰਦੇ ਪੈਂਦੇ ਇੱਕ ਵਾਰੀ ਸਾਨੂੰ ਵਿਖਾ ਦੇ। ਬਾਹੁਰ ਲੈਹੋ ਤੁਮ ਕੂਰ ਕਹੀਨਾ। ਤੇ ਫਿਰ ਲੈ ਲਈ, ਅਸੀਂ ਤੈਨੂੰ ਝੂਠ ਨਹੀਂ ਉਹ ਕਹਿੰਦੇ, ਤੈਨੂੰ ਫਿਰ ਦੇ ਦਾਂਗੇ, ਪਰ ਇੱਕ ਵਾਰੀ ਤੇ ਦੇ ਦੇ। ਹਾਂਜੀ। ਨਾਹਕ ਜਨਮ ਬਾਦ ਕਿਉਂ ਖੋਵਤ, ਸਾਚੋ ਬਨੋ ਭੋਗ ਸੁਖ ਬ੍ਰਿੰਦ। ਮਹਾਰਾਜ ਕਹਿਣ ਲੱਗੇ ਪੈਂਦੇ ਖਾਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਝੂਠ ਬੋਲ ਕੇ ਤੇਰਾ ਜਨਮ ਬਿਰਥਾ ਹੋ ਜਾਏਗਾ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ। ਐਵੇਂ ਜਨਮ ਫਜ਼ੂਲ 'ਚ ਹੀ ਨਾ ਗਵਾ ਲਈ। ਮਹਾਰਾਜ ਕਹਿੰਦੇ ਸੱਚ ਦੱਸ ਦੇ ਤੇ ਸੁੱਖ ਬਣੇ ਰਹਿਣਗੇ ਤੈਨੂੰ। ਮਹਾਰਾਜ ਕਹਿਣ ਲੱਗੇ। ਹਾਂਜੀ। ਸੁਨਤ ਕਹਿਤ ਪਾ ਲਖ ਹੈ ਪ੍ਰਤਾਪ ਨਾ, ਭਾਵੀ ਪ੍ਰਬਲ ਕਰਿਓ ਮਤ ਮੰਦ। ਪਰ ਉਹ ਅੱਗੋਂ ਪੈਂਦੇ ਖਾਂ ਸੁਣ ਕੇ ਤੇ ਅੱਗੋਂ ਹੋਰ ਕਿਲ ਕਿਲ ਬੋਲੇ ਜੀ। ਮਹਾਰਾਜ ਦਾ ਪ੍ਰਤਾਪ ਨਹੀਂ ਉਹ ਸਮਝਿਆ ਵੀ ਮਹਾਰਾਜ ਦਾ ਪ੍ਰਤਾਪ ਵੀ ਬੜਾ ਹੈਗਾ। ਜੇ ਮਹਾਰਾਜ ਆਪਣੀ ਆਈ ਤੇ ਆਉਣ ਤੇ ਕੁਝ ਵੀ ਕਰ ਸਕਦੇ ਆ। ਮਹਾਰਾਜ ਦਾ ਪ੍ਰਤਾਪ ਬਹੁਤ ਵੱਡਾ ਹੈ। ਪੈਂਦੇ ਖਾਂ ਇਹ ਗੱਲ ਨਹੀਂ ਮਨ 'ਚ ਲੈ ਕੇ ਆ, ਮੱਖੀਆਂ ਆ ਜਾਣਗੀਆਂ ਅੰਦਰ, ਦਰਵਾਜ਼ਾ ਬੰਦ ਕਰੋ। ਹਾਂਜੀ। ਸ਼੍ਰੀ ਸਤਿਗੁਰ ਤੁਮ ਕੂਰ ਕਹਿਤ ਹੋ, ਔਚਕ ਤਹਮਤ ਦੇਤ ਬੇਲੰਦ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਪੈਂਦੇ ਖਾਂ ਪਤਾ ਕੀ ਕਹਿਣ ਲੱਗਾ? ਪੈਂਦੇ ਖਾਂ ਨੇ ਹੋਰ ਪੁੱਠੀ ਗੱਲ ਕੀਤੀ ਜੀ। ਅੱਗੇ ਤੋਂ ਕਹਿੰਦਾ ਸੀ ਬਾਜ ਮੇਰੇ ਕੋਲ ਨਹੀਂ ਹੈ, ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਗੁਰੂ ਜੀ
ਤੁਸੀਂ ਕਿਉਂ ਝੂਠ ਬੋਲੀ ਜਾਂਦੇ ਹੋ? ਹੈਂ? ਝੂਠਾ ਆਪ ਹੈ ਤੇ ਮਹਾਰਾਜ ਨੂੰ ਆਖੀ ਜਾਂਦਾ ਤੁਸੀਂ ਝੂਠੇ ਹੋ। ਗਲਤ ਆਪ ਹੈ ਪਰ ਮਹਾਰਾਜ ਨੂੰ ਗਲਤ ਸਾਬਤ ਕਰੀ ਜਾਂਦਾ। ਕਹਿੰਦਾ ਕਿਉਂ ਝੂਠ ਬੋਲੀ ਜਾਂਦੇ ਹੋ ਮਹਾਰਾਜ? ਔਚਕ ਤੌਮਤ ਦੇਤ ਬਿਲੰਦ, ਅਚਾਨਕ ਇੰਨੀ ਵੱਡੀ ਤੌਮਤ ਲਾ ਰਹੇ ਹੋ ਮੇਰੇ ਤੇ। ਹਾਂਜੀ। ਜੇ ਔਰ ਨਿਸ਼ਚੈ ਕਰਤ ਨਹੀਂ ਪ੍ਰਭ, ਰਾਵਰ ਪਦ ਅਰਬਿੰਦ ਸੁਗੰਧ। ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਜੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਨਾ ਹੈਗਾ ਤੇ ਮੈਂ ਸਹੁੰ ਖਾਨਾ ਬਾਜ ਮੇਰੇ ਕੋਲ ਨਹੀਂ ਹੈਗਾ। ਬਾਹਰ 52 ਹੁਕਮਨਾਮੇ ਲਿਖੇ ਤੇ ਬਾਪੂ ਜੀ ਦਾ ਬਚਨ ਹੈ ਕਲਗੀਧਰ ਜੀ ਦਾ, ਸਹੁੰ ਖਾਣ ਵਾਲੇ ਤੇ ਇਤਬਾਰ ਨਹੀਂ ਕਰਨਾ। ਸਤਿਗੁਰੂ ਜੀ ਦਾ ਬਚਨ। ਆਪਣੇ ਸਮਾਜ 'ਚ ਨਾ ਗੱਲ ਪ੍ਰਚਲਿਤ ਹੋਈ, ਨਿੱਕੀ ਨਿੱਕੀ ਗੱਲ ਤੇ ਮੈਂ ਸਹੁੰ ਖਾਨਾ, ਮੈਂ ਸਹੁੰ ਖਾਨਾ। ਪਤਾ ਨਹੀਂ ਕਿੰਨੀ ਕੁ ਵੱਡੀ ਹੈ, ਇੰਨੇ ਲੋਕਾਂ ਨੇ ਖਾਧੀ ਹੈ, ਮੁੱਕੀ ਨਹੀਂ ਜੀ ਇਹ ਅਜੇ ਤੱਕ, ਇਹ ਖਤਮ ਹੀ ਨਹੀਂ ਹੋਣ ਦਈ। ਪਤਾ ਨਹੀਂ ਕੀ ਸਵਾਦ ਹੈ ਸਹੁੰ ਦਾ, ਹੈ ਹੀ ਪਤਾ ਨਹੀਂ ਵੀ ਇਹ ਸਹੁੰ ਕੀ ਚੀਜ਼ ਹੈ। ਹੈ ਅਸਲ 'ਚ ਸ਼ਬਦ ਹੈਗਾ ਸੌਗੰਧ। ਕਹਿੰਦਾ ਮਹਾਰਾਜ ਮੈਂ ਸਹੁੰ ਖਾਨਾ ਹੈ। ਸਹੁੰ ਝੂਠੀ ਤੇ ਛੱਡੋ, ਸੱਚੀ ਵੀ ਨਹੀਂ ਚੁੱਕਣੀ। ਆਖੋ ਵਾਹਿਗੁਰੂ। ਜੇ ਕੋਈ ਗੱਲ ਹੈ ਗੁਰੂ ਦੀ ਹਜ਼ੂਰੀ 'ਚ ਆ ਕੇ ਕਰ ਲਓ, ਇੱਥੇ ਸੱਚੋ ਸੱਚ ਨਿਬੜਦਾ। ਜਿਹੜਾ ਕਵੇ ਨਾ ਮੈਂ ਸਹੁੰ ਖਾਨਾ, ਅਬਲ ਤਾਂ ਝੂਠਾ ਬੰਦਾ ਹੀ ਕਹਿੰਦਾ। ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ। ਉਹ ਵੀਰ ਬੋਲਣਾ, ਇਹਨੂੰ ਟਿਕਾ ਕੇ ਰੱਖਣਾ। ਝੂਠਾ ਬੰਦਾ ਹੀ ਸਹੁੰ ਖਾਂਦਾ, ਸੱਚਾ ਨਹੀਂ ਖਾਂਦਾ। ਸੱਚੇ ਨੂੰ ਕਹਿਣ ਦੀ ਲੋੜ ਹੀ ਨਹੀਂ ਵੀ ਮੈਂ ਸਹੁੰ ਖਾਨਾ। ਇਹ ਵੀ ਗੱਲ ਚੇਤਾ ਰੱਖਿਓ। ਜਿਹੜਾ ਸੱਚਾ ਹੈ ਨਾ ਉਹਨੂੰ ਨਹੀਂ ਸਹੁੰ ਖਾਣ ਦੀ ਲੋੜ। ਕਿਉਂ? ਸੱਚ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਹੈਗੀ ਹੈ। ਸੱਚ ਦੀ ਜਿਹੜੀ ਤਾਕਤ ਹੈ ਉਹ ਸਾਧ ਸੰਗਤ ਜੀ ਛੇਤੀ ਮਿਟਣ ਵਾਲੀ ਨਹੀਂ, ਕਦੀ ਵੀ ਨਹੀਂ ਮਿਟਦੀ। ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸਹੁੰ ਖਾ ਲੈਣਾ। ਮਹਾਰਾਜ ਨੇ ਬਖਸ਼ ਦਿੱਤਾ ਵੀ ਚਲੋ ਕੋਈ ਗੱਲ ਨਹੀਂ। ਹਾਂਜੀ। ਕਰਕੇ ਚਰਨ ਦਿਸ਼ਾ ਨਿਜ ਕਰਕੇ, ਤੀਨ ਬੇਰ ਕਰ ਸਪਥ ਸੁਨਾਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਹੋਰ ਨਹੀਂ ਤੇ ਮੈਂ ਗੁਰੂ ਨਾਨਕ ਸਾਹਿਬ ਦੀ ਸਹੁੰ ਖਾ ਲੈਣਾ। ਮਹਾਰਾਜ ਦੇ ਚਰਨਾਂ ਵੱਲ ਹੱਥ ਕਰਕੇ ਤੇ 3 ਵਾਰ ਗੁਰਤਾ ਗੱਦੀ ਦੀ ਸਹੁੰ ਖਾਧੀ। ਆਖੋ ਵਾਹਿਗੁਰੂ। ਜਦੋਂ ਮਹਾਰਾਜ ਦੀ ਗੱਲ ਸੀ ਮਹਾਰਾਜ ਕਹਿੰਦੇ ਚਲੋ ਕੋਈ ਨਹੀਂ। 6ਵੇਂ ਪਾਤਸ਼ਾਹ ਕਹਿੰਦੇ ਸਾਡੀ ਖਾ ਲਈ ਕੋਈ ਨਹੀਂ। ਹਾਂਜੀ। ਪਰ ਗੁਰੂ ਨਾਨਕ ਸਾਹਿਬ ਜੀ ਦੀ ਵੀ ਖਾਈ ਜਾਂਦਾ ਜੀ, ਵੱਡੇ ਗੁਰਾਂ ਦੀ ਖਾਈ ਜਾਂਦਾ ਸਹੁੰ। ਭਾਵ ਚੁੱਕ ਰਿਹਾ ਸਹੁੰ। ਹਾਂਜੀ। ਭਾਵੀ ਬਸ ਹੋਏ ਭਾਖਤ ਮਿਥਿਆ, ਗੁਰ ਪ੍ਰਤਾਪ ਦੀਨਸ ਬਿਸਰਾਏ। ਬਸ ਸਮਾਂ ਹੀ ਖਰਾਬ ਕਰ ਦਿੰਦਾ ਬੰਦੇ ਨੂੰ। ਜਦੋਂ ਸਾਧ ਸੰਗਤ ਦੀ ਸਮਾਂ ਹੀ ਆ ਗਿਆ ਉਹਦਾ, ਉਹ ਝੂਠ ਬੋਲਣ ਲੱਗ ਪਿਆ, ਗੁਰੂ ਸਾਹਿਬ ਨੂੰ ਝੂਠਾ ਕਹਿਣ ਲੱਗ ਪਿਆ। ਗੁਰੂ ਜੀ ਦਾ ਪ੍ਰਤਾਪ ਭੁਲਾ ਹੀ ਦਿੱਤਾ ਵੀ ਗੁਰੂ ਸਾਹਿਬ ਤੇ ਦੀਨ ਦੁਨੀਆ ਦੇ ਮਾਲਕ ਨੇ, ਸੱਚੇ ਪਾਤਸ਼ਾਹ ਤੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਹਾਂਜੀ। ਅੰਤਰ ਜਾਮੀ ਸਮਰੱਥ ਸ਼੍ਰੀ ਪ੍ਰਭ, ਤਿਨ ਕੋ ਸਭ ਨਰ ਸਮਲਖ ਪਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਵਾਸਤੇ ਸਾਰੇ ਬਰਾਬਰ ਨੇ। ਮਹਾਰਾਜ ਨਹੀਂ ਸੀ ਚਾਹੁੰਦੇ ਇਹਦਾ ਪਾਜ ਖੋਲਣਾ। ਕੂਰ ਸਪਥ ਕਰ ਸਾਚ ਬਨਿਓ ਚਹ। ਪਰ ਮਹਾਰਾਜ ਵਿਚਾਰ ਕਰਦੇ ਵੀ ਝੂਠੀ ਸਹੁੰ ਖਾਣ ਦਿਆ ਸੱਚਾ ਬਣਨ ਵਾਸਤੇ। ਮੈਂ ਨਹਿ ਪਿਖੀ ਬਾਜ਼ ਕੀ ਸ਼ਾਏ। ਇਹ ਕਹਿੰਦਾ ਮੈਂ ਬਾਜ ਦਾ ਪਰਛਾਵਾਂ ਵੀ ਨਹੀਂ ਵੇਖਿਆ। ਵਿਧੀ ਵਾਹਿਗੁਰੂ ਪੈਂਦੇ ਖਾਂ ਇਹੋ ਹੀ ਕਹਿੰਦਾ ਸੀ ਵੀ ਮੈਂ ਬਾਜ ਦਾ ਪਰਛਾਵਾਂ ਵੀ ਨਹੀਂ ਦੇਖਿਆ। ਦੋਹਰਾ ਗੁਰ ਕੋ ਡਰ ਔਰ ਤੁਰਕ ਤਜ, ਕੂਰ ਆਨ ਕੋ ਜਾਨ। ਪੈਂਦੇ ਖਾਂ ਨੇ ਫਿਰ ਆਪਣੇ ਦਿਲ ਵਿੱਚੋਂ ਮਹਾਰਾਜ ਦਾ ਡਰ ਕੱਢ ਹੀ ਦਿੱਤਾ ਜੀ। ਆਖੋ ਵਾਹਿਗੁਰੂ। ਮਾੜੀ ਕਿਸਮਤ, ਮਾੜੀ ਕਿਸਮਤ। ਗੱਜ ਕੇ ਆਖੋ ਨਾ ਸਾਰੇ ਵਾਹਿਗੁਰੂ। ਪੈਂਦੇ ਖਾਂ ਨੇ ਆਪਣੇ ਦਿਲ ਵਿੱਚੋਂ ਡਰ ਕੱਢ ਦਿੱਤਾ। ਸ੍ਰੀ ਹਰਗੋਬਿੰਦ ਚੰਦ ਤਬ ਕੀਨਸ ਕ੍ਰੋਧ ਮਹਾਨ। ਵੇਖੋ ਕਿੰਨੀ ਵਾਰੀ ਬਖਸ਼ਿਆ ਮਹਾਰਾਜ ਨੇ, ਬੜੀ ਵਾਰੀ ਬਖਸ਼ਿਆ ਵੀ ਹੁਣ ਹੀ ਸੱਚ ਬੋਲਦੇ, ਹੁਣ ਹੀ ਸੱਚ ਬੋਲਦੇ।
ਉਹ ਗੁਰੂ ਸਾਹਿਬ ਨੂੰ ਝੂਠਾ ਕਹਿਣ ਲੱਗਾ। ਮਹਾਰਾਜ ਨੇ ਤਾਂ ਵੀ ਕੁਝ ਨਹੀਂ ਕਿਹਾ, ਪਰ ਹੁਣ ਗੱਲ ਗੁਰੂ ਨਾਨਕ ਸਾਹਿਬ ਜੀ ਤੇ ਆ ਗਈ ਜੀ। ਹਾਂਜੀ, ਮਹਾਰਾਜ ਗਰੀਬ ਨਵਾਜ ਫਿਰ ਵੀਰ ਰਸ ਵਿੱਚ ਆ ਗਏ। ਕੂਰ ਆਨ ਕੋ ਜਾਨ ਮਨ ਸ਼੍ਰੀ ਗੁਰ ਕੀਨ ਬਖਾਨ। ਪੈਂਦੇ ਖਾਂ ਝੂਠੀ ਸੋਈ ਚੁੱਕੀ ਜਾਂਦਾ ਮਹਾਰਾਜ ਗਰੀਬ ਨਵਾਜ ਜੀ ਨੇ। ਵਿਧੀ ਚੰਦ ਸਭ ਆਨ ਕਰ ਦੇਹੋ ਦਿਖਾਏ ਲੈ ਮਾਨ। ਮਹਾਰਾਜ ਵਿਧੀ ਚੰਦ ਜੀ ਨੂੰ ਕਹਿਣ ਲੱਗੇ, ਵਿਧੀ ਚੰਦ ਲਿਆ ਫਿਰ ਜਿਹੜਾ ਸਮਾਨ ਇਹਦੇ ਘਰੋਂ ਲੈ ਕੇ ਆਂਦਾ ਸੀ, ਲੈ ਕੇ ਆ ਸਾਰੀ ਸੰਗਤ ਵਿੱਚ। ਹਾਂਜੀ, ਸਵਈਆ ਛੰਦ ਸੁਨ ਆਇਸ ਕੋ ਤਤ ਛਿਨ ਉਠ ਕਰ। ਬਾਬਾ ਜੀ ਉਸੇ ਵੇਲੇ ਹੀ ਬਾਬਾ ਵਿਧੀ ਚੰਦ ਜੀ ਉੱਠੇ। ਬਾਜ਼ ਪੋਸ਼ਾਕ ਖੜਗ ਲੈ ਆਏ। ਬਾਜ ਪੁਸ਼ਾਕਾ ਤਲਵਾਰ ਢਾਲ ਦਸਤਾਰ ਸਭ ਕੁਝ ਲੈ ਆਏ। ਸਭਾ ਬੀਚ ਸਭ ਹੁਣ ਆਗਾਰੀ। ਸਾਰਿਆਂ ਦੇ ਵਿੱਚ ਧਰ ਕਰ ਤੇ ਥਲ ਦੀਏ ਦਿਖਾਏ। ਸਤਿਗੁਰੂ ਜੀ ਦੇ ਸਾਹਮਣੇ ਰੱਖ ਦਿੱਤਾ ਸਾਰਾ ਕੁਝ। ਹਾਂਜੀ, ਕ੍ਰੋਧ ਕਰਤ ਹੀ ਸਤਿਗੁਰ ਬੋਲੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਛੇਤੀ ਵੀਰ ਰਸ ਵਿੱਚ ਨਹੀਂ ਬੋਲਦੇ, ਪਰ ਮਹਾਰਾਜ ਅੱਜ ਵੀਰ ਰਸ ਵਿੱਚ ਆ ਕੇ ਬਚਨ ਕਰਦੇ। ਕਹੋ ਪਾਪੀ ਇਹੋ ਕਹਤੇ ਲਿਆਏ। ਮਹਾਰਾਜ ਕਹਿੰਦੇ 10 ਪਾਪੀਆ ਇਹ ਸਭ ਕੁਝ ਕਿੱਥੋਂ ਆਇਆ ਹੈ? ਬਾਰ ਬਾਰ ਸਮਝਾਏ ਰਹੇ ਤੁਝ। ਮਹਾਰਾਜ ਕਹਿੰਦੇ ਤੈਨੂੰ ਬਾਰ-ਬਾਰ ਸਮਝਾਇਆ ਸੀ ਨਾ। ਹਾਂਜੀ, ਰੇ ਮਤ ਮੰਦ ਨਾ ਮਿਥਿਆ ਗਾਏ। ਬੇ ਮੂਰਖਾ ਝੂਠ ਨਾ ਬੋਲ, ਨਾ ਬੋਲ। ਹਾਂਜੀ, ਕਹਿਓ ਨਾ ਮਾਨਿਓ ਮੂਰਖ ਤੈਂ ਕੁਛ। ਮਹਾਰਾਜ ਕਹਿੰਦੇ ਮੂਰਖਾ ਤੂੰ ਮੰਨੀ ਗੱਲ ਨਹੀਂ ਸਾਡੀ ਕੁਛ। ਹਾਂਜੀ, ਕੂਰ ਕਹਿਤ ਭਾ ਬੜ ਹੱਠ ਧਾਰ। ਜੇਦੀ ਧਾਰਨ ਕਰੀ ਗਿਆ, ਜਿੱਦੀ ਗਿਆ ਸਾਡੇ ਨਾਲ, ਜੇਦੀ ਕਰੀ ਗਿਆ, ਝੂਠ ਹੀ ਬੋਲਦਾ ਗਿਆ। ਲਾਜ ਬੇਲੋਚਨ ਬੋਲ ਨਾ ਸਕੈ ਹੈ। ਹੁਣ ਆਖੋ ਵਾਹਿਗੁਰੂ। ਪੈਂਦੇ ਖਾਂ ਦੇ ਰੰਗ ਉੱਡ ਗਏ ਵੀ ਮਹਾਰਾਜ ਕੋਲ ਕਿਵੇਂ ਆ ਗਿਆ ਸਾਰਾ ਕੁਝ। ਸਮਝ ਤੇ ਸਾਰੀ ਗੱਲ ਹੀ ਗਿਆ। ਅੱਖਾਂ ਨੀਵੀਆਂ ਕਰ ਲੀਆਂ, ਧੌਣ ਨੀਵੀਂ ਕਰ ਲਈ। ਨੀਚੀ ਗ੍ਰੀਵਸ ਚਿੰਤ ਵਿਚਾਰ। ਚਿੰਤਾ ਵਿੱਚ ਹੋ ਗਿਆ ਵੀ ਹੁਣ ਮੈਂ ਕੀ ਕਰਾਂ। ਹਾਂਜੀ, ਪੁਨ ਗੁਰ ਕਹਿਓ ਕਹੈ ਕਿਉਂ ਨਾਹੀ। ਮਹਾਰਾਜ ਕਹਿੰਦੇ ਪੈਂਦੇ ਬੋਲਦਾ ਕਿਉਂ ਨਹੀਂ ਹੋਣਾ। ਤਿਕ ਤੋ ਕਹੋ ਨਹਿ ਸਾਚ ਉਚਾਰ। ਤੇ ਅਖੀਰ ਵੀਰ ਰਸ ਵਿੱਚ ਆ ਕੇ ਮਹਾਰਾਜ ਪੈਂਦੇ ਖਾਂ ਨੂੰ ਕਹਿੰਦੇ ਲਾਨਤ ਹੈ ਤੇਰੇ ਤੇ। ਤਿਰਕਾਰ ਹੈ 100 ਲਾਨਤਾਂ ਪਾਉ ਤੇ ਤਿਰਕਾਰ ਬਣਦਾ ਤੇ ਤਿਰਕਾਰ ਹੈ ਤੈਨੂੰ ਮਹਾਰਾਜ ਕਹਿਣ ਲੱਗੇ। ਹਾਂਜੀ, ਨਿਮਕ ਹਰਾਮੀ ਸੂਰਤ ਬਨ ਕੇ ਬੈਠ ਰਹਿਓ ਕਿਆ ਕੀਨ ਗਵਾਰ। ਮਹਾਰਾਜ ਕਹਿੰਦੇ ਤੂੰ ਇੰਨਾ ਹੀ ਸੋਚ ਲੈਂਦਾ ਵੀ ਸਾਡੇ ਕੋਲ ਤਨਖਾਹ ਲੈਂਦਾ ਰਿਹਾ। ਨਮਕ ਹਰਾਮੀ ਕੀਤੀ ਮਹਾਰਾਜ ਕਹਿਣ ਲੱਗੇ। ਹਾਂਜੀ, ਬੈਨ ਬਾਨ ਤੇ ਬਧਿਓ ਅਧਿਕ ਹੀ ਝੂਠਾ ਭਇਓ ਸਹਿਓ ਨਹਿ ਜਾਏ। ਮਹਾਰਾਜ ਦੇ ਬਚਨ ਤਿੱਖੇ ਤੀਰ ਵਾਂਗੂ ਉਹਨੂੰ ਵੱਜੇ। ਪੈਂਦੇ ਖਾਂ ਸਾਰੀ ਸਭਾ 'ਚ ਝੂਠਾ ਹੋ ਗਿਆ ਤੇ ਸਭ ਨੂੰ ਪਤਾ ਹੀ ਵੀ ਬਾਬਾ ਵਿਧੀ ਚੰਦ ਝੂਠ ਨਹੀਂ ਬੋਲ ਸਕਦੇ। ਇਹ ਵਾਕਈ ਸਮਾਨ ਵਿਧੀ ਚੰਦ ਜੀ ਨੇ ਪੈਂਦੇ ਦੇ ਘਰੋਂ ਲਿਆਂਦਾ। ਪੈਂਦੇ ਖਾਂ ਕੋਲ ਸਹਿਆ ਨਾ ਗਿਆ। ਸਭਾ ਬਿਖੈਰਿਸ ਧਰ ਕੈ ਬੋਲਿਓ। ਅਜੇ ਵੀ ਸਮਾਂ ਸੀ ਮਾਫੀ ਮੰਗਣ ਦਾ। ਆਖੋ ਅਜੇ ਵੀ ਸਮਾਂ ਸੀ ਮਾਫੀ ਮੰਗਣ ਦਾ, ਪਰ ਪੈਂਦੇ ਨੇ ਨਹੀਂ ਮੰਗੀ ਮਾਫੀ ਤੇ ਸਭਾ ਦੇ ਵਿੱਚ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਨਾਹਕ ਤੋਹਮਤ ਮੋਹੇ ਲਗਾਏ। ਕਹਿੰਦਾ ਮਹਾਰਾਜ ਕਿਉਂ ਫਜ਼ੂਲ ਮੇਰੇ ਤੇ ਤੋਹਮਤ ਲਾਉਂਦੇ ਹੋ, ਦੋਸ਼ ਲਾਉਂਦੇ ਹੋ। ਬਾਜ਼ ਸਦਨ ਮਹਿ ਰਾਖਨ ਕੀਨਸ ਕਹਿਓ ਫੇਰ ਕਿਨ ਲੀਨ ਛਿਪਾਏ। ਤੇ ਵੇਖ ਲੋ ਗੱਲ ਫਿਰ ਆਪ ਝੂਠ ਵਧਾਈ ਗਿਆ ਨਾ ਜੀ। ਇਹ ਉਹ ਕੱਲ ਵਾਲੀ ਗੱਲ ਵੀ ਇੱਕ ਝੂਠ ਨੂੰ ਛਪਾਉਣ ਲਈ 100 ਝੂਠ ਬੋਲਣੇ ਪੈਂਦੇ। ਕਹਿੰਦਾ ਮਹਾਰਾਜ ਬਾਜ ਤੁਸੀਂ ਆਪਣੇ ਘਰ 'ਚ ਹੀ ਲੁਕਾ ਕੇ ਰੱਖਿਆ ਸੀ ਤੇ ਮੇਰਾ ਨਾਮ ਲਾਉਂਦਾ ਜੇ, ਹੋਰ ਝੂਠ ਬੋਲਤਾ ਜੀ। ਹਾਂਜੀ, ਅਬ ਨਿਕਾਸ ਲੈ ਆਏ ਸਭਾ ਮੈਂ। ਤੇ ਹੁਣ ਆਪਣੇ ਘਰੋਂ ਹੀ ਇੱਥੇ ਸੰਗਤ ਵਿੱਚ ਕੱਢ ਕੇ ਲੈ ਆਏ ਹੋ। ਵਿਧੀ ਚੰਦ ਇਹੋ ਕਪਟ ਬਣਾਏ। ਕਹਿੰਦਾ ਵਿਧੀ ਚੰਦ ਵੀ ਤੁਹਾਡੇ ਨਾਲ ਹੀ ਰਲਿਆ। ਇਹ ਕਪਟ ਕਰ ਰਿਹਾ ਮੇਰੇ ਨਾਲ, ਇਹ ਵੀ ਧੋਖਾ ਕਰ ਰਿਹਾ। ਝੂਠਾ ਭਇਓ ਬਿਦਤ ਹੀ ਮੂਰਖ ਤਉ ਨਾ ਹਠ ਤਜ ਬੋਲਤ ਬੈਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੂਰਖ ਝੂਠਾ ਪੈ ਗਿਆ।
ਸਾਰਿਆਂ ਦੇ ਵਿੱਚ ਝੂਠਾ ਪੈ ਗਿਆ ਵਾ, ਪਰ ਫਿਰ ਵੀ ਜਿੱਦ ਨਹੀਂ ਛੱਡਦਾ। ਆਖੋ ਵਾਹਿਗੁਰੂ। ਜਿੱਦ ਨਹੀਂ ਛੱਡਦਾ, ਜਿੱਦ ਨਹੀਂ ਛੱਡਦਾ ਤੇ ਅੱਗੋਂ ਬੋਲਦਾ। ਦੇਖ ਕੋ ਮਤ ਕੋ ਸ਼੍ਰੀ ਹਰਿ ਗੋਬਿੰਦ, ਰਿਸਤੇ ਰਕਤ ਪਏ ਜੁਗ ਨੈ। ਛੇਵੇਂ ਪਾਤਸ਼ਾਹ ਨੇ ਵੇਖਿਆ ਵੀ ਇਹ ਤੇ ਸਾਡੇ ਵੱਲ ਹੀ ਤੀਰ ਚਲਾਈ ਜਾਂਦਾ, ਇਹ ਤਾਂ ਸਾਨੂੰ ਹੀ ਕਹੀ ਜਾਂਦਾ ਵੀ ਤੁਸੀਂ ਬਾਜ ਘਰ 'ਚ ਰੱਖਿਆ ਸੀ ਤੇ ਆਪਣੇ ਹੀ ਘਰੋਂ ਕੱਢ ਕੇ ਲੈ ਆਂਦਾ। ਮਹਾਰਾਜ ਗਰੀਬ ਨਵਾਜ ਫਿਰ ਵੀਰ ਰਸ ਵਿੱਚ ਆਏ ਜੀ। ਚੇਤਾ ਰੱਖਿਓ, ਜੇ ਗੁਰੂ ਦਿਆਲੂ ਬਹੁਤ ਹੈ ਤੇ ਗੁਰੂ ਸਾਹਿਬ 'ਚ ਵੀਰ ਰਸ ਵੀ ਬੜਾ ਹੈ ਜੀ। ਮਹਾਰਾਜ ਵੀਰ ਰਸ ਵਿੱਚ ਆਏ। ਤਉ ਸ਼ੀਮਾ ਨਿਜ ਬਿਰਦ ਵਿਚਾਰਤ, ਕਹਿਓ ਮੰਦ ਇਹ ਕਲਮਲ ਐਨ। ਗਰੀਬ ਨਵਾਜ ਮਹਾਰਾਜ ਫਿਰ ਵੀ ਸੋਚਦੇ ਆ ਵੀ ਬੰਦਾ ਤੇ ਹੈ ਹੀ ਪਾਪਾਂ ਦਾ ਘਰ ਹੈ, ਇਹਨੂੰ ਕਿਵੇਂ ਬਖਸ਼ੀਏ। ਹਾਂਜੀ। ਅਜਹੋ ਨਾ ਸਮਝਤ ਸਾਚ ਬਨ ਹੈ ਜੜ। ਫਿਰ ਮਹਾਰਾਜ ਕਹਿੰਦੇ ਪੈਂਦੇ ਖਾਂ ਨਾ ਕਹਿ। ਪੈਂਦੇ ਖਾਂ ਫਿਰ ਕਹਿੰਦਾ ਤੁਸੀਂ ਲੁਕਾਇਆ ਸੀ ਕਿਤੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਮਝ ਗਏ ਵੀ ਹੁਣ ਨਹੀਂ ਇਹਨੇ ਸਮਝਣਾ। ਭਏ ਕੋ ਭਾਗ ਜੀਵ ਬੋ ਹੈ ਨਾ। ਇਹਦੇ ਭਾਗ ਮਾੜੇ ਹੋ ਗਏ, ਹੁਣ ਮੌਤ ਨੇੜੇ ਆ ਗਈ ਹੈ। ਆਖੋ ਵਾਹਿਗੁਰੂ। ਹਾਂਜੀ। ਦੋਹਰਾ ਸ਼੍ਰੀ ਨਾਨਕ ਮਸਨੰਦ ਪਰ ਕੂਰੀ ਸਪਥ ਕਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਮਹਾਰਾਜ ਦੇ ਤਖਤ ਦੀ ਝੂਠੀ ਸਹੁੰ ਖਾਧੀ ਹੈ ਇਹਨੇ। ਨਹੀਂ ਉਚਿਤ ਹਮਰੇ ਰਹਿਓ, ਅਜ ਹੂੰ ਕੂਰ ਉਚਰੰਤ। ਫਿਰ ਵੀ ਝੂਠ ਹੀ ਬੋਲੀ ਜਾਂਦਾ ਹੈ। ਹੁਣ ਪੈਂਦੇ ਖਾਂ ਸਾਡੇ ਯੋਗ ਨਹੀਂ ਰਿਹਾ, ਸਾਡੇ ਲਾਇਕ ਨਹੀਂ ਰਿਹਾ, ਇਹ ਗੁਰੂ ਘਰ ਦੀ ਸੇਵਾ ਦੇ ਯੋਗ ਨਹੀਂ ਰਿਹਾ। ਲਾਤ ਮੁਸ਼ਟ ਕਬ ਜਾਨ ਕੀ, ਕਰੀਏ ਮਾਰ ਨਿਕਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲੱਤਾਂ ਮਾਰੋ, ਮੁੱਕੇ ਮਾਰੋ, ਤੇ ਤਲਵਾਰ ਦਾ ਪਿਛਲਾ ਪਾਸਾ ਜਿਹੜੀ ਮੁੱਠ ਹੈ ਨਾ ਉਹ ਮਾਰ ਮਾਰ ਕੇ। ਉਠੋ ਸੁਭਟ ਗਹੀ ਹੈ ਤੁਰਤ, ਗੀਦੀ ਤੁਰਕ ਗਵਾਰ। ਮਹਾਰਾਜ ਕਹਿੰਦੇ ਸਿੱਖੋ ਉਠੋ ਤੇ ਮਾਰ ਮਾਰ ਕੇ ਕੱਢ ਦਿਓ ਇਹਨੂੰ ਇੱਥੋਂ ਬਾਹਰ। ਵੇਖੋ ਕਿੱਥੇ ਕਿੰਨਾ ਸਤਿਕਾਰ ਸੀਗਾ ਵੀ ਇਹਨੂੰ ਪੋਸ਼ਾਕਾ ਸੋਨੇ ਦਾ ਦਿੱਤਾ ਵੀ ਇਹਨੂੰ ਪਾ ਕੇ ਆਉਣਾ, ਤੇ ਉਹ ਹੁਣ ਸਮਾਂ ਹੀ ਇਹੋ ਜਿਹਾ ਆ ਗਿਆ, ਵਲ ਛਲ ਕਰਨ ਲੱਗ ਪਿਆ। ਤੇ ਗੁਰੂ ਹਰਗੋਬਿੰਦ ਸਾਹਿਬ ਮੁੱਖੋਂ ਕਹਿਣ ਲੱਗੇ ਵੀ ਇਹਨੂੰ ਮਾਰ ਮਾਰ ਕੇ ਬਾਹਰ ਕੱਢ ਦਿਓ। ਪਰ ਇੱਕ ਗੱਲ ਹੈ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੁਣ ਵੀ ਆਪਾਂ ਸਾਰੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਹੀ ਹਾਂ। ਸਾਧ ਸੰਗਤ ਜੀ ਕਿੰਨਾ ਨਿਕਟਵਰਤੀ ਪੈਂਦੇ ਖਾਂ, ਪਰ ਗੱਲ ਕਿੱਧਰ ਚਲੇਗੀ ਜੀ। ਹਾਂਜੀ। ਸਵਈਆ ਛੰਦ ਸੁਨ ਗੁਰ ਆਇਸ, ਉੱਠੇ ਸੋ ਭਟ ਗਨ, ਕਹੇ ਕੋ ਬਾਕਨ ਲਾਤ ਪ੍ਰਹਾਰ। ਇਸ ਕੰਮ ਨੂੰ ਤੇ ਫੌਜਾਂ ਪਹਿਲਾਂ ਹੀ ਤਿਆਰ ਹੁੰਦੀਆਂ ਨੇ। ਉਸੇ ਵੇਲੇ ਹੀ ਮਹਾਰਾਜ ਦਾ ਹੁਕਮ ਮੰਨ ਕੇ ਗੁਰਸਿੱਖਾਂ ਨੇ ਫੜ ਲਿਆ ਉਹਨੂੰ ਤੇ ਲੱਤਾਂ ਦੇ ਵਾਰ ਕੀਤੇ। ਗੁਰੂ ਸਭਾ ਤੇ ਨਿਕਸੇ ਉਹ ਬਾਹਰ, ਕਿਨਹੂ ਚਪੇਟ ਬਦਨ ਪਰ ਮਾਰ। ਬਸ ਫਿਰ ਕਹਿੰਦੇ ਉੱਠ ਬਾਹਰ ਚੱਲ, ਤੇ ਪਤਾ ਹੀ ਨਹੀਂ ਲੱਗਾ 2-4 ਜਣਿਆਂ ਨੇ ਚਪੇੜਾਂ ਵੀ ਮਾਰ ਦਿੱਤੀਆਂ ਜੀ। ਹਾਂਜੀ। ਮੁਸ਼ਟਨ ਮਾਰ ਹਤ ਹੈ ਕੋ ਕਬਜੇ, ਰਿਸਤੇ ਪਗਿਆ ਦੀਨ ਉਤਾਰ। ਉਹਨੂੰ ਫਿਰ ਮੁੱਠੀਆਂ ਮਾਰੇ, ਮੁੱਕੇ ਮਾਰੇ, ਤਲਵਾਰਾਂ ਦੇ ਪਿਛਲੇ ਪਾਸੇ ਮਾਰੇ। ਕਿਉਂ? ਗੁਰੂ ਨਾਨਕ ਸਾਹਿਬ ਦੀ ਝੂਠੀ ਸਹੁੰ ਨਾ ਖਾਂਦਾ ਜੀ ਉਹ। ਮਹਾਰਾਜ ਨੇ ਆਪਣੀ ਬਰਦਾਸ਼ਤ ਕਰ ਗਏ, ਪਰ ਗੁਰੂ ਨਾਨਕ ਸਾਹਿਬ ਜੀ ਦੀ ਕਰੀ ਜਾਂਦਾ ਜੀ ਉਹ। ਹਾਂਜੀ। ਦੇਤ ਧਕੇਲਾ ਚਾਲਤ ਮੇਲਾ, ਉਠਿਓ ਧਕੇਲਤ ਫੇਰ ਨਿਹਾਰ। ਤੇ ਸਾਧ ਸੰਗਤ ਜੀ ਫਿਰ ਬੜੇ ਧੱਕੇ ਮੁੱਕੀ ਹੋਏ ਉਹਦੇ ਨਾਲ। ਹਾਂਜੀ। ਲੈ ਕਰ ਜਾਤ ਮਾਰ ਬਹੁ ਕਰਤੇ, ਤਉ ਗਰਭ ਤੇ ਗਿਰਾ ਸੁਨਾਏ। ਤੇ ਸਾਧ ਸੰਗਤ ਜੀ ਫਿਰ ਨਾ ਇਹ ਗੁੱਸੇ ਵਿੱਚ ਆ ਕੇ ਪੈਂਦੇ ਖਾਂ ਗੁਰੂ ਸਾਹਿਬ ਨੂੰ ਕਹਿਣ ਲੱਗਾ, ਸ਼੍ਰੀ ਗੁਰ ਮੋਹੇ ਸੰਗ ਜਿਮ ਕੀਨੀ, ਇਸ ਕੋ ਫਲ ਤੁਮ ਲੈ ਹੋ ਪਾਏ। ਪੁੱਠੀਆਂ ਗੱਲਾਂ ਪੈਂਦੇ ਖਾਂ ਨੂੰ ਭੁੱਲ ਗਿਆ ਵੀ ਇਹ ਮਹਾਰਾਜ ਨੇ, ਇਹ ਗੁਰੂ ਸਾਹਿਬ ਨੇ। ਮੈਂ ਦੁਨਿਆਵੀ ਬੰਦਾ ਹਾਂ, ਮੈਂ ਕਦੀ ਵੀ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ।
ਪੈਂਦੇ ਖਾਂ ਨੂੰ ਭੁੱਲ ਗਿਆ। ਹਾਂਜੀ। ਸ਼ਾਹਜਹਾਂ ਸੋ ਮਿਲ ਕੈ ਸਭ ਕਹਿ ਸ਼ੀਗਰ ਬਾਹਨੀ ਬ੍ਰਿੰਦ ਚੜਾਏ। ਕਹਿੰਦਾ ਸ਼ਾਹਜਹਾਂ ਦੇ ਨਾਲ ਮਿਲਾਂਗਾ, ਤੁਹਾਡੇ ਬਾਰੇ ਦੱਸਾਂਗਾ ਤੇ ਫੌਜਾਂ ਲੈ ਕੇ ਆਵਾਂਗਾ। ਹੋ ਗਈ ਨਾ ਗੱਲ ਹੋਈ। ਕਹਿੰਦਾ ਸੀ ਮਹਾਰਾਜ ਤੁਸੀਂ ਮੈਨੂੰ ਜੰਗ 'ਚ ਸੱਦਦੇ ਹੀ ਨਹੀਂ। ਤੇ ਮਹਾਰਾਜ ਮੁਸਕਰਾ ਲੈਂਦੇ ਸੀ, ਕਿਉਂਕਿ ਮਹਾਰਾਜ ਨੂੰ ਪਤਾ ਵੀ ਜੰਗ ਤੇ ਹੋਣੀ ਇਹਦੇ ਨਾਲ ਹੈ। ਕਹਿੰਦਾ ਫੌਜਾਂ ਲੈ ਕੇ ਆਵਾਂਗਾ, ਫਿਰ ਜੰਗ ਕਰਾਂਗਾ। ਆਨ ਗਾਹੋਂ ਤੁਮ ਕੋ ਨਿਜ ਬਲ ਤੇ ਤਉ ਪਲਟਾ ਮੇਰੋ ਘਰ ਆਏ। ਫਿਰ ਮੇਰਾ ਪਲਟਾ ਜਿਹੜਾ ਹੈ ਉਹ ਲਿਆ ਜਾਏਗਾ। ਮੈਨੂੰ ਜਿਹੜੀ ਮਾਰ ਪਈ ਹੈ ਮੈਂ ਉਸ ਮਾਰ ਨੂੰ ਸੁਧਾਰ ਸਕਾਂਗਾ। ਸੰਗਤ ਜੀ, ਅਖੀਰਲੇ ਦਮ ਤੱਕ ਸਮਾਂ ਹੈਗਾ ਜੇ। ਜਿੰਨੀਆਂ ਭੁੱਲਾਂ ਹੋਈਆਂ ਨੇ ਮਹਾਰਾਜ ਬੜੇ ਹੀ ਦਿਆਲੂ ਨੇ, ਮਹਾਰਾਜ ਬਖਸ਼ ਦਿੰਦੇ ਨੇ ਜੀ। ਅਖੀਰਲੇ ਦਮ ਤੱਕ ਇਹ ਘਰ ਐਸਾ ਹੈ, ਇੱਥੇ ਬਖਸ਼ਿਸ਼ਾਂ ਦੀ ਕਮੀ ਨਹੀਂ ਹੈਗੀ। ਮਰਦਾ ਵੀ ਬੰਦਾ ਕਹਿ ਦੇ ਨਾ ਮੇਰੇ ਕੋਲੋਂ ਭੁੱਲ ਹੋ ਗਈ ਹੈ, ਮਹਾਰਾਜ ਬਖਸ਼ ਲੈਂਦੇ ਆ। ਕੋਈ ਨਹੀਂ, ਪੈਂਦੇ ਖਾਂ ਨੇ ਵੀ ਮੰਗ ਲੈਣੀ ਹੈ ਭੁੱਲ, ਮਾਫੀ ਮੰਗ ਲੇਗਾ ਇਹ। ਪਰ ਅਜੇ ਸਮਾਂ ਇਹੋ ਜਿਹਾ ਚੱਲ ਰਿਹਾ ਜੀ। ਜਦੋਂ ਬੰਦੇ ਨੂੰ ਪਤਾ ਹੋਵੇ ਵੀ ਸਮਾਂ ਉਲਟ ਚੱਲ ਰਿਹਾ ਤੇ ਫਿਰ ਉਹ ਸ਼ਾਂਤ ਰਵੇ ਜੀ। ਆਖੋ ਵਾਹਿਗੁਰੂ। ਪਰ ਬੰਦੇ ਦੇ ਵੱਸ ਨਹੀਂ ਹੈਗਾ ਕੁਛ। ਇੱਕ ਗੱਲ ਉਲਟ, ਦੋ ਗੱਲ ਉਲਟ, ਤਿੰਨ ਗੱਲ ਉਲਟ। ਫਿਰ ਉਹ ਲੜਨ ਵਾਸਤੇ ਹੀ ਮਹਾਰਾਜ ਨੂੰ ਉਹਨੇ ਚੈਲੰਜ ਕਰਤਾ ਵੀ ਮੈਂ ਜੰਗ ਕਰਾਂਗਾ। ਤੇ ਫਿਰ ਸਭ ਕੁਝ ਤੇ ਨਹੀਂ ਨਾ ਫਿਰ ਸਿਆ ਜਾਂਦਾ। ਹਾਂਜੀ, ਸੂਰਮੇ ਨੇ ਮਹਾਰਾਜ, ਯੋਧੇ ਹੈ, ਤੇ ਯੋਧੇ ਫਿਰ ਖਹਿ ਕੇ ਚੱਲਦੇ ਆ, ਇਹ ਤੇ ਤੁਹਾਨੂੰ ਪਤਾ ਹੀ ਹੈ। ਹਾਂਜੀ। ਹਿਰਦੈ ਵਿਚਾਰਤ ਪੰਥ ਸਿਧਾਰਤ ਗੁਰ ਕੇ ਸਮੁਖ ਕਰੋ ਮੈਂ ਜੰਗ। ਰਸਤੇ ਵਿੱਚ ਜਾ ਰਿਹਾ ਤੇ ਸੋਚਣ ਦਿਆ ਵੀ ਮੈਂ ਮਹਾਰਾਜ ਨਾਲ ਜੰਗ ਕਰਨੀ ਹੈ। ਅਨਾਥ ਸੀ ਪਹਿਲਾਂ, ਮਾਂ ਪਿਓ ਨਹੀਂ ਸੀ ਹੈਗੇ, ਛੋਟੇ ਮੀਰ ਇਹਦੇ ਨਾਨਕੇ ਸੀਗੇ। ਮਹਾਰਾਜ ਲੰਘ ਰਹੇ ਸੀ ਤੇ ਗੁਰੂ ਸਾਹਿਬ ਨੇ ਦੀਵਾਨ ਲਾਇਆ ਇੱਥੇ। ਆਪਣੇ ਮਾਮਿਆਂ ਦੇ ਨਾਲ ਮਹਾਰਾਜ ਦੇ ਕੋਲ ਆਇਆ ਜੀ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਚਰਨੀ ਲਾ ਲਿਆ। ਪਰ ਨਜਾਇਜ਼ ਫਾਇਦਾ ਚੁੱਕ ਗਿਆ। ਸਮੇਂ ਦੀ ਖੇਡ ਹੈ ਸਾਰੀ। ਸਾਡੇ ਕਰਮਾਂ ਦੀਆਂ ਫਾਈਲਾਂ ਨੇ ਸਾਧ ਸੰਗਤ ਜੀ। ਮੈਂ ਮਹਾਰਾਜ ਦੀ ਹਾਜ਼ਰੀ 'ਚ ਕਹਿ ਰਿਹਾ ਤੇ ਡਰ ਕੇ ਕਹਿ ਰਿਹਾ, ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਮਾੜੇ ਕਰਮ ਮਿਟਦੇ ਨਹੀਂ ਆ ਲੋਕ ਕਹਿੰਦੇ ਆ, ਪਰ ਜਿਨ੍ਹਾਂ ਦੇ ਤੁਸੀਂ ਚਰਨਾਂ 'ਚ ਬੈਠੇ ਹੋ ਇਹ ਕਹਿੰਦੇ ਮਿਟ ਜਾਂਦੇ ਆ। ਘਬਰਾਇਓ ਨਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਕਰੋੜਾਂ ਮਾੜੇ ਕਰਮ ਕੱਟ ਦਿੰਦਾ ਜੀ। ਕਰੋੜਾਂ ਮਾੜੇ ਕਰਮ ਕੱਟ ਦਿੰਦਾ। ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਉਪਦੇਸ਼। ਕਰਮਾਂ ਦੀ ਫਾਈਲ ਹੈ ਜੀ, ਤੈਅ ਲੱਗੀ ਹੈ। ਕਦੀ ਕੋਈ ਤੈਅ ਸਾਹਮਣੇ ਆ ਜਾਂਦੀ, ਕਦੀ ਕੋਈ ਤੈਅ ਆ ਜਾਂਦੀ। ਉਹੋ ਹੀ ਬੰਦਾ ਹੁੰਦਾ ਹੈ। ਕਈ ਵਾਰੀ ਪਾਠ ਕਰਦੇ ਹਾਂ ਬਹੁਤ ਮਨ ਜੁੜਦਾ ਜੀ, ਬਹੁਤ ਮਨ ਜੁੜਦਾ। ਕੋਈ ਚੰਗੇ ਕਰਮ ਅੱਗੇ ਆ ਗਏ ਜੀ। ਬੰਦਾ ਵੀ ਉਹ ਹੈ ਤੇ ਬਾਣੀ ਵੀ ਉਹੀ ਹੀ ਹੈ। ਤੇ ਕਈ ਵਾਰੀ ਜੀ ਕਰਦਾ ਵੀ ਗੁਟਕਾ ਸਾਹਿਬ ਰੱਖੀਏ ਤੇ ਸੌਂ ਜਾਈਏ। ਕੋਈ ਕਰਮ ਉਹੋ ਜਿਹਾ ਅੱਗੇ ਆ ਗਿਆ ਜਿਹੜਾ ਪੜ੍ਹਨ ਨਹੀਂ ਦੇ ਰਿਹਾ, ਪਾਠ ਕਰਨ ਨਹੀਂ ਦੇ ਰਿਹਾ, ਜਾਪ ਕਰਨ ਨਹੀਂ ਦੇਣ ਦਿਆ, ਕਥਾ ਨਹੀਂ ਸੁਣਨ ਦੇਣ ਦਿਆ। ਕੋਈ ਕਰਮ ਉਹੋ ਜਿਹਾ ਅੱਗੇ ਆ ਗਿਆ। ਇਸੇ ਕਰਕੇ ਸਤਿਗੁਰੂ ਬਾਣੀ 'ਚ ਕਹਿੰਦੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਸਾਡੇ ਕਰਮਾਂ ਦਾ ਸਾਨੂੰ ਨਹੀਂ ਪਤਾ, ਪਰ ਸਤਿਗੁਰੂ ਜੀ ਨੂੰ ਤੇ ਪਤਾ ਹੈ ਨਾ, ਗੁਰੂ ਸਾਹਿਬ ਨੂੰ ਤੇ ਪਤਾ ਹੈ ਨਾ। ਤੇ ਬੰਦਾ ਅਰਦਾਸ ਕਰਦਾ ਰਵੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਗਰੀਬਾਂ ਨੂੰ ਆਪਣੇ ਚਰਨਾਂ ਨਾਲ ਰਲਾ ਕੇ ਰੱਖੋ। ਕਿਤੇ ਭੁੱਲ ਕੇ ਵੀ ਮਹਾਰਾਜ ਪੈਂਦੇ ਖਾਂ ਵਰਗਾ ਦਿਨ ਸਾਡੇ ਤੇ ਨਾ ਆਵੇ ਜੀ, ਇਹ ਦਿਨ ਨਾ ਆਵੇ। ਭਾਵੇਂ ਮਹਾਰਾਜ ਨੇ ਬਖਸ਼ ਦੇਣਾ ਜੀ ਉਹਨੂੰ, ਪੈਂਦੇ ਖਾਂ ਉਹ ਹੈ,
ਜਿਹਦੇ ਮੁਖ ਤੇ ਛੇਵੇਂ ਪਾਤਸ਼ਾਹ ਦੇ ਨੇਤਰਾਂ ਚੋਂ ਜਲ ਨਿਕਲ ਕੇ ਡਿੱਗਿਆ ਜੀ। ਪੈਂਦੇ ਖਾਂ ਉਹ ਹੈ, ਪਰ ਅਜੇ ਸਮਾਂ ਨਹੀਂ ਹੱਕ 'ਚ ਹੈਗਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ। ਅਰਦਾਸ ਕਰੋ, ਮਹਾਰਾਜ ਸਾਨੂੰ ਸਦਾ ਹੀ ਆਪਣੇ ਚਰਨਾਂ 'ਚ ਜੋੜ ਕੇ ਰੱਖੋ, ਸਾਨੂੰ ਆਪਣੇ ਚਰਨਾਂ 'ਚ ਜੋੜ ਕੇ ਰੱਖੋ। ਭੁੱਲ ਕੇ ਵੀ ਸਾਡੇ ਕੋਲੋਂ, ਸਾਡੇ ਮਨ 'ਚ ਅਸ਼ਰਧਾ ਨਾ ਪੈਦਾ ਹੋਵੇ। ਆਓ ਅਰਦਾਸ ਕਰੀਏ, ਫਿਰ ਖਿਮਾ ਮੰਗੀਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਇਹ ਜਦੋਂ ਪੰਕਤੀ ਪੜ੍ਹਨੀ ਹੈ ਨਾ, ਐ ਸੁਰਤ ਜੋੜ ਕੇ ਸੰਸਾਰ ਵਾਲੇ ਪਾਸਿਓਂ ਵਰਾਂ ਪੱਖਰੇ ਹੋ ਕੇ ਆਪਣੀ ਬਿਰਤੀ ਨੂੰ ਸੰਸਾਰ ਚੋਂ ਕੱਢ ਕੇ ਆਪਣੇ ਆਪ ਨੂੰ ਵਾਕਈ ਗਰੀਬ ਜਾਣ ਕੇ, ਨਿਤਾਣਾ ਜਾਣ ਕੇ, ਕਮਜ਼ੋਰ ਜਾਣ ਕੇ ਗੁਰੂ ਸਾਹਿਬ ਨੂੰ ਆਖੋ, ਮਹਾਰਾਜ ਆਪਣੇ ਚਰਨਾਂ 'ਚ ਹੀ ਜੋੜ ਕੇ ਰੱਖੋ। ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਪਿਆਰ ਵਿੱਚ ਆ ਕੇ ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕ ਉਚਾਰਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਅੰਕਿਤ ਹੈ। ਬਾਬਾ ਫਰੀਦ ਸਾਹਿਬ ਬੜੇ ਪਿਆਰ 'ਚ ਆਏ, ਕਹਿੰਦੇ, ਹੇ ਖੁਦਾ, ਹੇ ਰੱਬ, ਹੇ ਪਰਮੇਸ਼ਰ, ਇਹੋ ਜਿਹਾ ਸਮਾਂ ਨਾ ਮੇਰੀ ਜ਼ਿੰਦਗੀ 'ਚ ਆ ਜੇ ਵੀ ਮੈਂ ਤੁਹਾਨੂੰ ਛੱਡ ਬੈਠਾ। ਇਹੋ ਜਿਹਾ ਸਮਾਂ ਨਾ ਆ ਜੇ ਕਿਤੇ ਤੇ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਜਾ ਕੇ ਬਹਿ ਜਾ। ਤੇ ਹੇ ਖੁਦਾ, ਜੇ ਕਿਤੇ ਇਹੋ ਜਿਹਾ ਸਮਾਂ ਆ ਵੀ ਜਾਵੇ ਨਾ, ਤੇ ਕਿਰਪਾ ਕਰੀ ਮੈਨੂੰ ਕਿਤੇ ਹੋਰ ਨਾ ਭੇਜੀ, ਮੇਰੇ ਸਰੀਰ ਚੋਂ ਜਾਨ ਹੀ ਕੱਢ ਲਵੇਂ। ਫਰੀਦਾ, ਬਾਹਰ ਪਰਾਇਆ ਬੈਸਣਾ, ਬਾਹਰ ਹੁੰਦਾ ਜੇ ਦਰਵਾਜ਼ਾ, ਬਾਹਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਮੈਂ ਰੱਖ ਸੀ ਤਾਂ ਜਿਉਂ ਸਰੀਰ ਹੁੰਦੇ। ਮੇਰੇ ਸਰੀਰ ਚੋਂ ਜਾਨ ਕੱਢ ਲਈ, ਪਰ ਆਪਣੇ ਤੋਂ ਦੂਰ ਨਾ ਕਰੀ। ਮੋਹੇ ਗਰੀਬ ਕੋ ਲੈ ਹੋਰ ਲਾਏ। ਮੋਹੇ ਗਰੀਬ ਕੋ ਲੈ ਹੋਰ ਲਾਏ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।